ਅੱਜ ਅਸੀਂ ਕਰਨ ਜਾ ਰਹੇ ਹਾਂ 8ਵੀਂ ਜਮਾਤ ਦਾ ਪਾਠ ਨੰਬਰ 14 ਬਿਜਲੀ ਧਾਰਾ ਦੇ ਰਸਾਇਣਿਕ ਪ੍ਰਭਾਵ ਕੈਮੀਕਲ ਇਫੈਕਟਸ ਆਫ ਇਲੈਕਟ੍ਰਿਕ ਕਰੰਟ। ਇਸ ਤੋਂ ਪਹਿਲਾਂ ਆਪਾਂ ਛੋਟੀਆਂ ਜਮਾਤਾਂ ਵਿੱਚ ਪੜ੍ਹ ਚੁੱਕੇ ਹਾਂ ਕਿ ਕੁਝ ਪਦਾਰਥ ਆਪਣੇ ਵਿੱਚੋਂ ਬਿਜਲੀ ਧਾਰਾ ਨੂੰ ਪ੍ਰਵਾਹਿਤ ਹੋਣ ਦਿੰਦੇ ਹਨ ਜਾਂ ਲੰਘਣ ਦਿੰਦੇ ਹਨ, ਜਿਨ੍ਹਾਂ ਨੂੰ ਆਪਾਂ ਚਾਲਕ ਆਖਦੇ ਹਾਂ। ਅਤੇ ਜਿਹੜੇ ਪਦਾਰਥ ਆਪਣੇ ਵਿੱਚੋਂ ਬਿਜਲੀ ਧਾਰਾ ਨੂੰ ਨਹੀਂ ਲੰਘਣ ਦਿੰਦੇ, ਉਹਨਾਂ ਪਦਾਰਥਾਂ ਨੂੰ ਅਸੀਂ ਬਿਜਲੀ ਦੇ ਰੋਧਕ ਯਾਨੀ ਕਿ ਇਨਸੂਲੇਟਰਸ ਆਖਦੇ ਹਾਂ। ਇਸ ਤੋਂ ਇਲਾਵਾ ਆਪਾਂ ਛੋਟੀਆਂ ਜਮਾਤਾਂ ਵਿੱਚ ਪਦਾਰਥਾਂ ਦੀ ਚਾਲਕਤਾ ਦਾ ਪਤਾ ਕਰਨ ਦੇ ਲਈ ਇੱਕ ਬਿਜਲਈ ਸਰਕਟ ਬਣਾਇਆ ਸੀ। ਆਓ ਦੇਖਦੇ ਹਾਂ। ਕੁਛ ਇਸ ਤਰ੍ਹਾਂ ਦਾ ਸਰਕਟ ਸੀ ਜਿਹਦੇ ਵਿੱਚ ਇੱਕ ਸੈੱਲ ਲੱਗਿਆ ਸੀ, ਇੱਕ ਬਲਬ, ਜੋੜਕ ਤਾਰਾਂ ਅਤੇ ਉਹਦੇ ਵਿੱਚ ਖਾਲੀ ਥਾਂ ਛੱਡੀ ਗਈ ਸੀ। ਤੋ ਇਸ ਚਿੱਤਰ ਵਿੱਚ ਜਿਵੇਂ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਚਾਬੀ ਲਗਾਈ ਗਈ ਹੈ ਤੋ ਚਾਬੀ ਦੀ ਚਾਲਕਤਾ ਪਤਾ ਕੀਤੀ ਗਈ ਹੈ। ਸੋ ਇਸ ਤੋਂ ਇਲਾਵਾ ਆਪਾਂ ਬਹੁਤ ਸਾਰੇ ਪਦਾਰਥਾਂ ਦੀ ਚਾਲਕਤਾ ਇਸ ਖਾਲੀ ਥਾਂ 'ਤੇ ਸਰਕਟ ਦੇ ਵਿੱਚ ਲਗਾ ਕੇ ਪਤਾ ਕੀਤੀ ਸੀ, ਜਿੱਥੋਂ ਆਪਾਂ ਇਹ ਸਿੱਟਾ ਕੱਢਿਆ ਸੀ ਕਿ ਕੁਝ ਪਦਾਰਥ ਬਿਜਲੀ ਦੇ ਚਾਲਕ ਹੁੰਦੇ ਹਨ ਅਤੇ ਕੁਝ ਪਦਾਰਥ ਬਿਜਲੀ ਦੇ ਕੁਚਾਲਕ ਹੁੰਦੇ ਹਨ। ਚਾਲਕਾਂ ਨੂੰ ਆਪਾਂ ਕੰਡਕਟਰਸ ਅਤੇ ਕੁਚਾਲਕਾਂ ਨੂੰ ਰੋਧਕਾਂ ਨੂੰ ਇਨਸੂਲੇਟਰਸ ਆਖਦੇ ਹਾਂ। ਸੋ ਅੱਜ ਦੇ ਇਸ ਪਾਠ ਦੇ ਵਿੱਚ ਆਪਾਂ ਦੇਖਾਂਗੇ ਕਿ ਦਰਵਾਂ ਦੇ ਕੇਸ ਵਿੱਚ ਜਿਹੜੇ ਦਰਵ ਹੁੰਦੇ ਹਨ, ਲਿਕੁਇਡਸ, ਉਹਨਾਂ ਦੇ ਕੇਸ ਵਿੱਚ ਜਿਹੜੇ ਪਦਾਰਥਾਂ ਦੀ ਚਾਲਕਤਾ, ਉਹਨਾਂ ਦੀ ਚਾਲਕਤਾ ਉਹ ਕਿਸ ਤਰ੍ਹਾਂ ਨਿਰਭਰ ਕਰਦੀ ਹੈ। ਸੋ ਇਸ ਪਾਠ 'ਚ ਅਸੀਂ ਪੜ੍ਹਾਂਗੇ ਦਰਵਾਂ ਦੀ ਬਿਜਲਈ ਚਾਲਕਤਾ ਦੀ ਪਰਖ ਕਿਵੇਂ ਕਰਨੀ ਹੈ। ਕੁਝ ਦਰਵ ਬਿਜਲੀ ਦੇ ਚੰਗੇ ਚਾਲਕ ਹੁੰਦੇ ਹਨ, ਕੁਝ ਦਰਵ ਬਿਜਲੀ ਦੇ ਕਮਜ਼ੋਰ ਚਾਲਕ ਹੁੰਦੇ ਹਨ। ਅਤੇ ਇਸ ਤੋਂ ਇਲਾਵਾ ਆਪਾਂ ਬਿਜਲੀ ਧਾਰਾ ਦੇ ਰਸਾਇਣਿਕ ਪ੍ਰਭਾਵਾਂ ਦੇ ਵਿੱਚ ਦੋ ਪ੍ਰਭਾਵ, ਪਾਣੀ ਦਾ ਬਿਜਲਈ ਅਪਘਟਨ ਇਲੈਕਟ੍ਰੋਲਿਸਿਸ ਆਫ ਵਾਟਰ ਅਤੇ ਬਿਜਲੀ ਮੁਲਮਾਂਕਰਨ ਯਾਨੀ ਕਿ ਇਲੈਕਟ੍ਰੋਪਲੇਟਿੰਗ ਬਾਰੇ ਪੜ੍ਹਾਂਗੇ। ਤੋ ਆਓ ਸ਼ੁਰੂ ਕਰਦੇ ਹਾਂ ਪਾਠ। ਸੋ ਦਰਵਾਂ ਦੀ ਚਾਲਕਤਾ ਦੀ ਪਰਖ ਕਰਨ ਦੇ ਲਈ ਆਪਾਂ ਜਿਵੇਂ ਅਸੀਂ ਛੋਟੀਆਂ ਕਲਾਸਾਂ ਵਿੱਚ ਬਿਜਲਈ ਸਰਕਟ ਬਣਾਇਆ ਸੀ, ਕੁਝ ਸਮਾਨ ਦੀ ਲੋੜ ਹੁੰਦੀ ਹੈ ਉਹਦੇ ਵਿੱਚ, ਜਿਵੇਂ ਬਲਬ, ਜੋੜਕ ਤਾਰਾਂ, ਸੈੱਲ ਇਤਿਆਦਿ। ਤੋ ਆਪਾਂ ਇੱਥੇ ਵੀ ਕੁਝ ਪਦਾਰਥ ਲਵਾਂਗੇ। ਇਹਦੇ ਵਿੱਚ ਲਾਈਟ ਐਮਿਟਿੰਗ ਡਾਇਓਡ LED ਪਹਿਲਾ ਪਦਾਰਥ ਹੈ। LED ਦੀ ਵਰਤੋਂ ਬਲਬ ਦੀ ਜਗ੍ਹਾ ਕਰਾਂਗੇ ਅਤੇ ਨਾਲ ਹੀ ਸਾਡੇ ਕੋਲ ਜੋੜਕ ਤਾਰਾਂ, ਉਸ ਤੋਂ ਬਾਅਦ ਦੋ ਸੈੱਲਾਂ ਤੋਂ ਬਣੀ ਬੈਟਰੀ। ਇੱਥੇ ਆਪਾਂ ਇੱਕ ਸੈੱਲ ਨਹੀਂ ਲਵਾਂਗੇ। ਤੋ ਤੁਸੀਂ ਇਹ ਵੀ ਪੜ੍ਹਿਆ ਸੀ ਛੋਟੀ ਜਮਾਤ ਵਿੱਚ, ਜਦੋਂ ਦੋ ਤੋਂ ਵੱਧ ਸੈੱਲਾਂ ਨੂੰ ਜੋੜਿਆ ਜਾਂਦਾ ਹੈ ਤਾਂ ਉਹ ਬੈਟਰੀ ਅਖਵਾਉਂਦੀ ਹੈ। ਅਤੇ ਨਿੰਬੂ ਦਾ ਰਸ। ਸੋ ਨਿੰਬੂ ਦਾ ਰਸ ਇੱਕ ਤਰਲ ਪਦਾਰਥ ਹੈ, ਦਰਵ ਹੈ, ਤੋ ਇਹਦੀ ਚਾਲਕਤਾ ਦੀ ਪਰਖ ਕਰਨੀ ਹੈ। ਤੋ LED ਕੀ ਹੈ, ਸਭ ਤੋਂ ਪਹਿਲਾਂ ਇਹ ਦੇਖਦੇ ਹਾਂ। ਬਲਬ ਦੀ ਜਗ੍ਹਾ ਇਹਦੀ ਵਰਤੋਂ ਕਿਉਂ ਕੀਤੀ ਗਈ ਹੈ। ਇਸ ਚਿੱਤਰ ਵਿੱਚ ਤੁਸੀਂ ਦੇਖ ਰਹੇ ਹੋ, ਇਹ ਜੋ ਚਿੱਤਰ ਦਿਖਾਇਆ ਗਿਆ ਹੈ ਇਹ LED ਹੈ, ਲਾਈਟ ਐਮਿਟਿੰਗ ਡਾਇਓਡ। ਇਹਦੇ ਬਾਰੇ ਤੁਸੀਂ ਵੱਡੀਆਂ ਕਲਾਸਾਂ 'ਚ ਪੜ੍ਹੋਗੇ। ਸੋ ਇਹਦੇ ਵਿੱਚ ਤੁਸੀਂ ਦੇਖ ਰਹੇ ਹੋ, ਜਿਵੇਂ ਤੁਸੀਂ ਬਲਬ ਦੇ ਧਨ ਟਰਮੀਨਲ ਅਤੇ ਰਿਣ ਟਰਮੀਨਲ ਬਾਰੇ ਪੜ੍ਹਿਆ ਸੀ, ਯਾਨੀ ਕਿ ਪੋਜ਼ੀਟਿਵ ਟਰਮੀਨਲ ਅਤੇ ਨੈਗੇਟਿਵ ਟਰਮੀਨਲ, ਉਸੇ ਤਰ੍ਹਾਂ ਇਹਦੇ ਵਿੱਚ ਤੁਸੀਂ ਦੇਖ ਰਹੇ ਹੋ ਇਹਦੀਆਂ ਦੋ ਤਾਰਾਂ ਹਨ, ਇੱਕ ਲੰਬੀ ਹੈ ਅਤੇ ਇੱਕ ਛੋਟੀ ਹੈ। ਲੰਬੀ ਤਾਰ ਇਹਦਾ ਪੋਜ਼ੀਟਿਵ ਟਰਮੀਨਲ ਹੁੰਦਾ ਹੈ, ਧਨ ਟਰਮੀਨਲ, ਅਤੇ ਜਿਹੜੀ ਛੋਟੀ ਤਾਰ ਹੈ ਉਹਦਾ ਰਿਣ ਟਰਮੀਨਲ ਹੁੰਦਾ ਹੈ। ਤੋ ਇਹ ਧਿਆਨ ਰੱਖਣਾ ਹੈ, ਸਰਕਟ ਦੇ ਵਿੱਚ ਪਲੱਸ ਨੂੰ ਬੈਟਰੀ ਦੇ ਪਲੱਸ ਨਾਲ ਜੋੜਨਾ ਹੈ, ਪੋਜ਼ੀਟਿਵ ਨੂੰ ਪੋਜ਼ੀਟਿਵ ਨਾਲ ਅਤੇ ਮਾਈਨਸ ਨੂੰ ਮਾਈਨਸ ਨਾਲ, ਨੈਗੇਟਿਵ ਨੂੰ ਨੈਗੇਟਿਵ ਨਾਲ। ਤੋ ਸਰਕਟ ਕੁਛ ਇਸ ਤਰ੍ਹਾਂ ਦਾ ਹੋਏਗਾ। ਸਾਡੇ ਕੋਲ ਸਰਕਟ ਵਿੱਚ ਤੁਸੀਂ ਦੇਖ ਰਹੇ ਹੋ ਕਿ ਇੱਥੇ ਦੋ ਸੈੱਲ ਹਨ। ਸੋ ਦੋ ਸੈੱਲ ਜਿਹੜੇ ਹਨ ਉਹਨਾਂ ਵਿੱਚ ਦੋ ਸੈੱਲਾਂ ਤੋਂ ਬਣ ਕੇ ਬੈਟਰੀ ਮਿਲ ਕੇ ਬਣੀ ਹੋਈ ਹੈ। ਸੋ ਇਹ ਸਾਈਡ ਜਿਹੜੀ ਪਲੱਸ ਟਰਮੀਨਲ ਹੈ, ਇਹ ਸਾਈਡ ਮਾਈਨਸ ਟਰਮੀਨਲ ਹੈ। ਸੋ ਇਹਦੇ ਵਿੱਚ ਤੁਸੀਂ ਦੇਖ ਰਹੇ ਹੋ ਇੱਕ ਨਾਲ ਬਲਬ ਲੱਗਾ ਹੋਇਆ ਹੈ। ਆਪਾਂ LED ਦੀ ਵਰਤੋਂ ਕਰ ਰਹੇ ਹਾਂ। ਇਹ ਬਲਬ ਦਾ ਸਿੰਬਲ ਹੁੰਦਾ ਹੈ ਸਰਕਟ ਦੇ ਵਿੱਚ। ਇਸ ਤੋਂ ਇਲਾਵਾ ਇਹ ਦੋ ਸਿਰੇ ਜੋ ਹਨ ਉਹ ਖੁੱਲ੍ਹੇ ਛੱਡੇ ਹੋਏ ਹਨ ਅਤੇ ਇਹਨਾਂ ਵਿੱਚ ਇੱਕ ਗੈਪ ਹੈ। ਤੋ ਜਿਹੜਾ ਗੈਪ ਹੈ, ਜੇ ਇਹ ਸਰਕਟ ਤੋੜਿਆ ਗਿਆ ਹੈ ਅਤੇ ਇਹਨੂੰ ਖੁੱਲ੍ਹਾ ਸਰਕਟ ਆਖਦੇ ਹਾਂ।
ਇਹਦੇ ਵਿੱਚੋਂ ਬਿਜਲੀ ਦਾ ਪ੍ਰਵਾਹਿਤ ਨਹੀਂ ਹੋਏਗੀ ਤੇ ਬਲਬ ਨਹੀਂ ਜਗੇਗਾ। ਤੇ ਹੁਣ ਆਪਾਂ ਦੇਖਾਂਗੇ ਇਹ ਨਿੰਬੂ ਦੇ ਰਸ ਦੀ ਚਾਲਕਤਾ ਪਤਾ ਕਰਨੀ ਹੈ। ਇਹਨਾਂ ਦੋਵਾਂ ਸਿਰਿਆਂ ਨੂੰ, ਜਿਹਨੂੰ ਆਪਾਂ ਇੱਕ ਟੈਸਟਰ ਦਾ ਨਾਮ ਦੇਖ ਸਕਦੇ ਹਾਂ। ਇਸ ਤੋਂ ਇਲਾਵਾ ਆਪਾਂ ਛੋਟੀ ਕਲਾਸ 'ਚ ਟੈਸਟਰ ਬਾਰੇ ਪੜ੍ਹਿਆ ਸੀ, ਟੈਸਟਰ ਤਿਆਰ ਵੀ ਕੀਤਾ ਸੀ। ਉਹ ਆਪਾਂ ਪੇਚਕਸ ਦੀ ਸਹਾਇਤਾ ਨਾਲ ਤਿਆਰ ਕੀਤਾ ਸੀ। ਤੇ ਇੱਥੇ ਆਪਾਂ ਜੇ ਇਹਨੂੰ ਖੁੱਲ੍ਹੇ ਸਿਰੇ ਛੱਡਤੇ ਤੇ ਇਹਨੂੰ ਵੀ ਆਪਾਂ ਇੱਕ ਟੈਸਟਰ ਵਾਂਗ ਹੀ ਵਰਤ ਸਕਦੇ ਹਾਂ। ਤੋਂ ਇਹਨਾਂ ਨੂੰ ਨਿੰਬੂ ਦੇ ਰਸ ਦੇ ਘੋਲ 'ਚ ਪਾਇਆ ਹੈ। ਇੱਕ ਮੇਰੇ ਵਿਦਿਆਰਥੀ ਦੁਆਰਾ ਕਿਰਿਆ ਕੀਤੀ ਗਈ ਹੈ ਕਿ ਆਓ ਦੇਖਦੇ ਹਾਂ ਕਿ ਨਿੰਬੂ ਦਾ ਰਸ ਬਿਜਲੀ ਦਾ ਚਾਲਕ ਹੁੰਦਾ ਹੈ ਜਾਂ ਨਹੀਂ। ਸੋ ਇੱਥੇ ਤੁਸੀਂ ਦੇਖ ਸਕਦੇ ਹੋ ਵਿਦਿਆਰਥੀ ਕਿਰਿਆ ਕਰਨ ਜਾ ਰਿਹਾ ਹੈ। ਇੱਥੇ 2 ਸੈੱਲਾਂ ਤੋਂ ਇੱਕ ਬੈਟਰੀ ਤਿਆਰ ਕੀਤੀ ਗਈ ਹੈ, ਜੋੜਕ ਤਾਰਾਂ ਲੱਗੀਆਂ ਹੋਈਆਂ ਹਨ ਤੇ ਨਾਲ ਇੱਕ LED ਜਿਹੜੀ ਤੁਹਾਨੂੰ ਦੱਸੀ ਸੀ ਉਹ ਲਗਾਈ ਗਈ ਹੈ। ਇਸ ਇੱਕ ਕਿਸੇ ਬੋਤਲ ਦੇ ਢੱਕਣ ਦੇ ਵਿੱਚ ਅਸੀਂ ਨਿੰਬੂ ਦਾ ਰਸ ਲਿਆ ਹੈ। तो विद्यार्थी क्रिया करेगा, तो देख सकते हो। गुड मॉर्निंग फ्रेंड्स, मेरा नाम परमजीत सिंह है। मैं 8वीं क्लास का विद्यार्थी हाँ। असी अज पता करना है कि निंबू का रस बिजली का चालक है। मैं 2 सैलों की एक बैटरी बनाई है तो इसके नाल 2 तारा जोड़िया हैं तो एक बल्ब लिता है। मैं इन्होंने दोनों तारों को तोड़िया होया है, इस करके सर्किट पूरा नहीं तो बल्ब नहीं जग रहा। हुण मैं इस दोवें तारां दे सिरिਆਂ ਨੂੰ इस घोल विच डोबांगा ते पता करदे हां कि बल्ब जगदा है या नहीं। घोल विच डोबण नाल ये बल्ब जग रहा है, इसका मतलब है कि नींबू का रस बिजली का चालक है। थैंक यू। सो तुसीं देखिया गुड मॉर्निंग कि बल्ब नूं जदों सिरिਆਂ ਨੂੰ ਨਿੰਬੂ ਦੇ ਰਸ 'ਚ ਡੋਬਿਆ ਤਾਂ ਬਲਬ ਜਗ ਪਿਆ। ਸੋ ਇਸ ਤੋਂ ਇਹ ਸਿੱਧ ਹੁੰਦਾ ਹੈ ਕਿ ਨਿੰਬੂ ਦਾ ਰਸ ਜੋ ਹੈ ਉਹ ਬਿਜਲੀ ਦਾ ਚਾਲਕ ਹੈ। ਬੇਟਾ ਇਸ ਤੋਂ ਇਲਾਵਾ ਤੁਸੀਂ 7ਵੀਂ ਜਮਾਤ 'ਚ ਇਹ ਵੀ ਪੜ੍ਹ ਚੁੱਕੇ ਹੋ ਇੱਕ ਪਾਠ ਦੇ ਵਿੱਚ ਤੇਜ਼ਾਬ, ਖਾਰ ਤੇ ਲੂਣ ਦੇ ਵਿੱਚ ਕਿ ਨਿੰਬੂ ਦੇ ਰਸ ਜੋ ਹੈ ਉਹ ਇੱਕ ਤਰ੍ਹਾਂ ਦਾ ਤੇਜ਼ਾਬ ਹੁੰਦਾ ਹੈ। ਤੁਸੀਂ ਇਹ ਕਿਰਿਆ ਵੱਖ-ਵੱਖ ਤਰ੍ਹਾਂ ਦੇ ਤੇਜ਼ਾਬਾਂ ਨਾਲ ਕਰ ਸਕਦੇ ਹੋ। ਜਿਵੇਂ ਸਿਰਕਾ ਵੀ ਇੱਕ ਤੇਜ਼ਾਬ ਹੈ, ਤੁਸੀਂ ਸਿਰਕੇ ਨਾਲ ਵੀ ਇਹ ਕਿਰਿਆ ਕਰ ਸਕਦੇ ਹੋ। घर में क्रिया की जा सकती है। LED भी तुहानूं आराम नाल मिल जाएगी, छोटा बल्ब भी लै सकते हो। तुसीं सिरका तुसीं मिल जाएगा, तुहानूं सैल मिल जाएंगे, तो क्रिया तुसीं कर सकते हो। इस तो इलावा वक्-वक् पदार्थां नाल क्रिया करके देखनी है। तो एक चीज़ का ध्यान रखना है कि जदों इहनूं डोबना है टैस्टर के सिरिਆਂ ਨੂੰ लिक्विड विच, उहदां दी दूरी घट्टो घੱਟ 1 सेंटीमीटर होनी चाहिए है। सो इन्हां नूं थोड़ा दूरी ते ही रखना है। सो इस तरह तुसीं ਵੱਖ-ਵੱਖ पदार्थां की चालकता जिहड़ी आ वो देखोगे तो आपां गां एक सिट्टा भी कड्डांगे इतों। सो साडे कोल आपां जे गल करिए एक बार फिर दोबारा चित्र देखते हाँ। हुण मान लो जे इत्थे साडे कोल नींबू दे रस दी जगह कुछ भी ना होवे ते जे इत्थे कुछ भी नहीं है तो इन्हां दोवां टैस्टरां दे विच एक हवा तो मौजूद है, क्योंकि वायुमंडल साड़ी हवा होंदी है। तो इसका मतलब ये है कि हवा जिहड़ी है बिजली की चंगी चालक नहीं है। पर आपां आसमानी बिजली डिगदी हुई देखी है, उदों जिहड़ी हवा विच जिहड़ी आसमानी बिजली आ वो यात्रा करती हुई जमीन ते डिगदी है। पर उदों तो हवा जिहड़ी आ बिजली की चालक बन जाती है। इसलिए आपां पिछलियां जमातां विच जदों पदार्थां की वंड कीती सी, ਆਪਾਂ ਇਹ ਕਿਹਾ ਸੀ ਕਿ ਕੁਝ ਪਦਾਰਥ ਬਿਜਲੀ ਦੇ ਚਾਲਕ ਹੁੰਦੇ ਹਨ ਤੇ ਕੁਝ ਪਦਾਰਥ ਬਿਜਲੀ ਦੇ ਰੋਧਕ ਹੁੰਦੇ ਹਨ। ਇਹ ਕਹਿਣਾ ਠੀਕ ਨਹੀਂ ਹੈ, ਕਿਉਂਕਿ ਆਪਾਂ ਦੇਖਿਆ ਹਵਾ ਜਿਹੜੀ ਆ ਉਹ ਬਿਜਲੀ ਦੀ ਚਾਲਕ ਹੈ ਕਿਸੇ ਖਾਸ ਪਰਿਸਥਿਤੀ ਦੇ ਵਿੱਚ, ਕਿਸੇ ਖਾਸ ਕੰਡੀਸ਼ਨ ਦੇ ਵਿੱਚ। ਇਸੇ ਤਰ੍ਹਾਂ ਬਹੁਤ ਸਾਰੇ ਪਦਾਰਥ ਹੁੰਦੇ ਹਨ ਉਹ ਆਮ ਤੌਰ ਤੇ ਬਿਜਲੀ ਦੀ ਚਾਲਕਤਾ ਨਹੀਂ ਕਰਦੇ, ਪਰ ਉਹ ਕਿਸੇ ਖਾਸ ਸਥਿਤੀ ਦੇ ਵਿੱਚ ਬਿਜਲੀ ਦਾ ਚਾਲਨ ਕਰਦੇ ਹਨ। ਸੋ ਆਪਾਂ ਇਹਦੀ ਵੰਡ ਜਿਹੜੀ ਪਦਾਰਥਾਂ ਦੀ ਚਾਲਕਾਂ ਦੇ ਰੋਧਕਾਂ ਦੇ ਹਿਸਾਬ ਨਾਲ ਨਹੀਂ ਕਰਨੀ। ਆਪਾਂ ਕਹਾਂਗੇ ਕਿ ਕੁਝ ਪਦਾਰਥ ਬਿਜਲੀ ਦੇ ਚੰਗੇ ਚਾਲਕ ਹੁੰਦੇ ਹਨ, ਗੁੱਡ ਕੰਡਕਟਰਸ, ਤੇ ਕੁਝ ਪਦਾਰਥ ਬਿਜਲੀ ਦੇ ਕਮਜ਼ੋਰ ਚਾਲਕ ਹੁੰਦੇ ਹਨ, ਜਾਣੀ ਕਿ ਪੂਅਰ ਕੰਡਕਟਰਸ। ਸੋ ਆਪਾਂ ਤੁਸੀਂ ਜਦੋਂ ਵੱਖ-ਵੱਖ ਪਦਾਰਥਾਂ ਨਾਲ ਕਿਰਿਆ ਕਰ ਲਓਗੇ ਇਹ ਵਾਲੀ, ਤਾਂ ਤੁਸੀਂ ਕੀ ਪਤਾ ਕਰੋਗੇ ਕਿ ਚੰਗੇ ਚਾਲਕ ਕਿਹੜੇ-ਕਿਹੜੇ ਹਨ। ਪਹਿਲਾਂ ਤਾਂ ਨਿੰਬੂ ਦਾ ਰਸ ਜੋ ਇੱਕ ਤੇਜ਼ਾਬੀ ਪਦਾਰਥ ਹੀ ਹੈ, ਸਿਰਕਾ ਵੀ ਤੇਜ਼ਾਬੀ ਪਦਾਰਥ ਹੈ, ਤੇਜ਼ਾਬੀ ਘੋਲ।
ਇਸ ਤੋਂ ਇਲਾਵਾ ਕੋਈ ਵੀ ਤੇਜ਼ਾਬੀ ਘੋਲ ਹੈ, ਸਲਫੂਰਿਕ ਐਸਿਡ ਜਾਂ ਹਾਈਡਰੋਕਲੋਰਿਕ ਐਸਿਡ, ਪਰ ਤੁਸੀਂ ਕੋਈ ਵੀ ਕਿਸੇ ਤਰ੍ਹਾਂ ਦਾ ਤੇਜ਼ਾਬ ਨਹੀਂ ਵਰਤਣਾ। ਇਹ ਹਾਨੀਕਾਰਕ ਹੋ ਸਕਦਾ ਹੈ ਤੁਹਾਡੇ ਲਈ। ਇਹ ਤੁਸੀਂ ਅਧਿਆਪਕ ਦੀ ਮੌਜੂਦਗੀ ਵਿੱਚ ਹੀ ਕਿਸੇ ਤਰ੍ਹਾਂ ਦੇ ਇਸ ਤਰ੍ਹਾਂ ਦੇ ਤੇਜ਼ਾਬ ਦੀ ਵਰਤੋਂ ਕਰਨੀ ਹੈ। ਉਸ ਤੋਂ ਇਲਾਵਾ ਖਾਰੀ ਘੋਲ, ਇਹਦੇ ਵਿੱਚ ਸਾਬਣ ਦਾ ਘੋਲ ਹੋ ਸਕਦਾ ਹੈ, ਬੇਕਿੰਗ ਸੋਡਾ ਹੋ ਸਕਦਾ ਹੈ। ਇਹ ਵੀ ਤੁਸੀਂ ਇਹਨਾਂ ਨਾਲ ਵੀ ਕੇਰਿਆ ਕਰੋਗੇ ਤਾਂ ਦੇਖੋਗੇ ਕਿ ਬਲਬ ਗਲੋ ਕਰੇਗਾ LED। ਅਤੇ ਸਾਡੇ ਕੋਲ ਇਹ ਸਿੱਧ ਹੋਵੇਗਾ ਕਿ ਤੇਜ਼ਾਬੀ ਖਾਰੀ ਘੋਲ ਜਿਹੜੇ ਹੁੰਦੇ ਹਨ ਉਹ ਬਿਜਲੀ ਦੇ ਚਾਲਕ ਹੁੰਦੇ ਹਨ। ਇਸ ਤੋਂ ਇਲਾਵਾ ਨਮਕ ਦੇ ਘੋਲ ਵੀ ਬਿਜਲੀ ਦੇ ਚਾਲਕ ਹੁੰਦੇ ਹਨ, ਅਤੇ ਟੂਟੀ ਦਾ ਪਾਣੀ ਵੀ, ਕਿਉਂਕਿ ਟੂਟੀ ਦੇ ਪਾਣੀ ਵਿੱਚ ਖਣਿਜ ਲੂਣ ਹੁੰਦੇ ਹਨ। ਸੋ ਜਿਹਦੇ ਵਿੱਚ ਸਾਲਟ ਹੋਣਗੇ, ਲੂਣ ਹੋਣਗੇ, ਉਹਦੇ ਵਿੱਚੋਂ ਬਿਜਲੀ ਦਾ ਚਾਲਨ ਹੋਏਗਾ, ਕਿਉਂਕਿ ਉਹਦੇ ਵਿੱਚ ਆਇਨ ਹੁੰਦੇ ਹਨ ਜੋ ਬਿਜਲੀ ਦੀ ਚਾਲਕਤਾ ਲਈ ਜ਼ਿੰਮੇਵਾਰ ਹੁੰਦੇ ਹਨ। ਸੋ ਇਸ ਤੋਂ ਇਲਾਵਾ ਕਦੀਸ਼ਟ ਪਾਣੀ ਜਾਂ ਡਿਸਟਿਲਡ ਵਾਟਰ ਹੁੰਦਾ ਹੈ, ਬਿਲਕੁਲ ਪਿਓਰ ਕੀਤਾ ਪਾਣੀ, ਉਹਦੇ ਵਿੱਚੋਂ ਬਿਜਲੀ ਦਾ ਪ੍ਰਭਾਵ ਬਿਲਕੁਲ ਨਾ ਦੇ ਬਰਾਬਰ ਹੁੰਦਾ ਹੈ। ਉਹਨੂੰ ਆਪਾਂ ਬਿਜਲੀ ਦਾ ਚਾਲਕ ਬਣਾਉਣ ਦੇ ਲਈ ਇਹਨਾਂ ਸਾਰੇ ਪਦਾਰਥਾਂ ਵਿੱਚੋਂ ਨਿੰਬੂ ਦਾ ਰਸ, ਸਿਰਕਾ ਜਾਂ ਕੋਈ ਵੀ ਹੋਰ ਕਿਸ ਤਰ੍ਹਾਂ ਦਾ ਨਮਕ ਦਾ ਘੋਲ ਆਪਾਂ ਘੋਲ ਸਕਦੇ ਹਾਂ, ਜਾਂ ਹਾਈਡਰੋਕਲੋਰਿਕ ਐਸਿਡ, ਸਲਫੂਰਿਕ ਐਸਿਡ, ਸਾਬਣ ਦਾ ਘੋਲ। ਉਹਦੀ ਚਾਲਕਤਾ ਉਹਨੂੰ ਚਾਲਕ ਬਣਾਉਣ ਦੇ ਲਈ ਉਹਦੇ ਵਿੱਚ ਇਹਨਾਂ ਪਦਾਰਥਾਂ 'ਚੋਂ ਕੋਈ ਪਦਾਰਥ ਘੋਲਿਆ ਜਾ ਸਕਦਾ ਹੈ। ਸੋ ਅੱਗੇ ਆਪਾਂ ਗੱਲ ਕਰਾਂਗੇ ਇਸ ਚੈਪਟਰ ਦੇ ਵਿੱਚ ਬਿਜਲੀ ਧਾਰਾ ਦੇ ਰਸਾਇਣਿਕ ਪ੍ਰਭਾਵ ਦੀ ਗੱਲ ਕਰਨ ਤੋਂ ਪਹਿਲਾਂ ਆਪਾਂ ਯਾਦ ਕਰਾਂਗੇ ਕਿ ਬਿਜਲੀ ਧਾਰਾ ਦਾ ਚੁੰਬਕੀ ਪ੍ਰਭਾਵ ਕੀ ਸੀ। ਸੋ ਚੁੰਬਕੀ ਪ੍ਰਭਾਵ ਵਿੱਚ ਅਸੀਂ ਇੱਕ ਚੁੰਬਕੀ ਸੂਈ ਲਈ ਸੀ। ਤੇ ਚੁੰਬਕੀ ਸੂਈ ਇਸ ਚਿੱਤਰ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਕਿ ਜਦੋਂ ਆਪਾਂ ਇਹਨੂੰ ਰੱਖਦੇ ਹਾਂ ਤੇ ਇਹਦੇ ਉੱਤਰ ਦੱਖਣ ਧੁਰਾ ਜੋ ਹੈ ਉਹ ਧਰਤੀ ਦੇ ਉੱਤਰ ਦੱਖਣ ਧੁਰੇ ਦੇ ਹਿਸਾਬ ਨਾਲ ਜਿਹੜਾ ਹੈ ਆਪਣੇ ਆਪ ਨੂੰ ਇੰਡੀਕੇਟ ਕਰਦਾ ਹੈ। ਤੋ ਅਸੀਂ ਇੱਥੇ ਇੱਕ ਸਰਕਟ ਵਿੱਚ ਦੇਖਾਂਗੇ ਕਿ ਕਿਰਿਆ ਪਿਛਲੇ ਸਾਲ ਕੀਤੀ ਸੀ। ਸੋ ਬੱਚਿਆਂ ਨਾਲ ਇਹ ਆਪਾਂ ਅੱਜ ਦੇਖਦੇ ਹਾਂ। ਤੁਸੀਂ ਇਹਨੂੰ ਯਾਦ ਕਰੋਗੇ ਪ੍ਰਭਾਵ ਨੂੰ, ਕਿਉਂਕਿ ਇਹਦੇ ਨਾਲ ਰਿਲੇਟਡ ਕੁਐਸਚਨ ਵੀ ਤੁਹਾਨੂੰ ਆਉਣੇ ਹਨ। ਹਾਂਜੀ ਬੇਟਾ, ਅੱਜ ਇਸ ਐਕਸਪੈਰੀਮੈਂਟ ਦੇ ਵਿੱਚ ਅਸੀਂ ਦੇਖਣ ਜਾ ਰਹੇ ਹਾਂ ਕਿ ਬਿਜਲੀ ਧਾਰਾ ਜਿਹੜੀ ਆ ਉਹ ਚੁੰਬਕੀ ਖੇਤਰ ਪੈਦਾ ਕਰਦੀ ਹੈ। ਅਸੀਂ ਇੱਕ ਬੈਟਰੀ ਇਲੂਮੀਨੇਟਰ ਲਿਆ ਹੋਇਆ ਹੈ। ਬੈਟਰੀ ਇਲੂਮੀਨੇਟਰ ਦੇ ਦੋਨਾਂ ਟਰਮੀਨਲ, ਪਲੱਸ ਟਰਮੀਨਲ ਅਤੇ ਮਾਈਨਸ ਟਰਮੀਨਲ ਦੇ ਨਾਲ ਇੱਕ ਤਾਂਬੇ ਦੀ ਤਾਰ ਕਨੈਕਟ ਕੀਤੀ ਹੈ। ਇੱਥੇ ਆਪਾਂ ਇੱਕ ਚੁੰਬਕੀ ਸੂਈ ਲਈ ਆ। ਹੁਣ ਚੁੰਬਕੀ ਸੂਈ ਦੀ ਦਿਸ਼ਾ ਜਿਹੜੀ ਆ ਉਹ ਧਰਤੀ ਦੀ ਚੁੰਬਕੀ ਖੇਤਰ ਦੀ ਦਿਸ਼ਾ ਦੇ ਹਿਸਾਬ ਨਾਲ ਉੱਤਰ ਦੱਖਣ ਵੱਲ ਮੌਜੂਦ ਹੈ। ਠੀਕ ਹੈ ਜੀ। ਹੁਣ ਜਦੋਂ ਆਪਾਂ ਸਰਕਟ ਨੂੰ ਔਨ ਕਰਾਂਗੇ, ਇਲੂਮੀਨੇਟਰ ਨੂੰ ਔਨ ਕਰਾਂਗਾ, ਬੈਟਰੀ ਇਲੂਮੀਨੇਟਰ ਨੂੰ, ਦੇਖੋਗੇ ਕਿ ਇਹਦੇ ਵਿੱਚ ਕੀ ਬਦਲਾਅ ਆਉਂਦਾ ਇਹਦੀ ਦਿਸ਼ਾ 'ਚ। ਹਾਂਜੀ, ਕੋਈ ਬਦਲਾਅ ਆਇਆ? ਹਾਂਜੀ। ਇਹਦੀ ਦਿਸ਼ਾ 'ਚ ਬਦਲਾਅ ਕਿਉਂ ਆਇਆ? ਕਿਉਂਕਿ ਬਿਜਲੀ ਧਾਰਾ ਨੇ ਇੱਕ ਚੁੰਬਕੀ ਖੇਤਰ ਪੈਦਾ ਕੀਤਾ। ਹਾਂਜੀ। ਕੀ ਪੈਦਾ ਕੀਤਾ? ਚੁੰਬਕੀ ਖੇਤਰ। ਇਹ ਤੋਂ ਇਹ ਸਿੱਧ ਹੁੰਦਾ ਹੈ ਕਿ ਬਿਜਲੀ ਧਾਰਾ ਜਿਹੜੀ ਆ ਉਹ ਚੁੰਬਕੀ ਖੇਤਰ ਪੈਦਾ ਕਰਦੀ ਹੈ। ਹਾਂਜੀ। ਠੀਕ ਹੈ। ਹਾਂਜੀ। ਇਲੈਕਟ੍ਰਿਕ ਕਰੰਟ ਪ੍ਰੋਡਿਊਸਸ ਦੀ ਮੈਗਨੈਟਿਕ ਫੀਲਡ। ਓਕੇ। ਹਾਂਜੀ। ਸੋ ਇੱਥੇ ਆਪਾਂ ਦੇਖਿਆ ਕਿ ਬਿਜਲੀ ਧਾਰਾ ਇੱਕ ਤਾਰ ਵਿੱਚ ਲੰਘਾਉਣ 'ਤੇ ਜਦੋਂ ਉਹਦੇ ਲਾਗੇ ਚੁੰਬਕੀ ਸੂਈ ਵਿੱਚ ਇੱਕ ਪਰਿਵਰਤਨ ਆਉਂਦਾ ਹੈ, ਉਹਦੀ ਚੁੰਬਕੀ ਸੂਈ ਦੀ ਦਿਸ਼ਾ ਬਦਲਦੀ ਹੈ। ਇਹ ਤਾਂ ਹੀ ਹੁੰਦਾ ਕਿ ਬਿਜਲੀ ਧਾਰਾ ਪ੍ਰਵਾਹਿਤ ਹੁੰਦੀ ਹੈ। ਇਹਦੇ ਬਾਰੇ ਆਪਾਂ 7ਵੀਂ ਜਮਾਤ 'ਚ ਪੜ੍ਹ ਚੁੱਕੇ ਹਾਂ। ਤੋ ਇਹ ਕਿਰਿਆ ਵਿੱਚ ਆਪਾਂ ਬਲਬ ਦੀ ਥਾਂ ਚੁੰਬਕੀ ਸੂਈ ਵੀ ਲੈ ਸਕਦੇ ਹਾਂ ਜੇ ਬਲਬ ਅਵੇਲੇਬਲ ਨਾ ਹੋਵੇ, ਜਾਂ ਫਿਰ ਚੁੰਬਕੀ ਸੂਈ ਨਾਲ ਹੀ ਕੋਈ ਕਿਸੇ ਤਰ੍ਹਾਂ ਦਾ ਪ੍ਰਸ਼ਨ ਆ ਜਾਵੇ। ਸੋ ਉਦੋਂ ਜਦੋਂ ਆਪਾਂ ਕਿਸੇ ਘੋਲ ਦੇ ਵਿੱਚ ਟੈਸਟ ਦੀਆਂ ਤਾਰਾਂ ਪਾਵਾਂਗੇ ਅਤੇ ਫਿਰ ਜੇ ਚੁੰਬਕੀ ਸੂਈ ਦੇ ਵਿੱਚ ਡਾਇਰੈਕਸ਼ਨ ਉਹਦੀ ਚੇਂਜ ਹੁੰਦੀ ਹੈ ਤਾਂ ਵੀ ਇਹੀ ਸਿੱਧ ਹੁੰਦਾ ਹੈ ਕਿ ਉਹ ਘੋਲ ਕੀ ਹੈ, ਬਿਜਲੀ ਦਾ ਚਾਲਕ ਹੈ। ਸੋ ਆਪਾਂ ਗੱਲ ਕਰਦੇ ਹਾਂ ਅੱਜ ਬਿਜਲੀ ਧਾਰਾ ਦੇ ਰਸਾਇਣਿਕ ਪ੍ਰਭਾਵਾਂ ਦੇ ਵਿੱਚ। ਆਪਾਂ ਬਿਜਲੀ ਧਾਰਾ ਚੁੰਬਕੀ ਪ੍ਰਭਾਵ ਇੱਕ ਵਾਰ ਰਿਕਾਲ ਕਰ ਚੁੱਕੇ ਹਾਂ, ਪਿੱਛੇ ਦੇਖਿਆ। ਇਸ ਤੋਂ ਇਲਾਵਾ ਬਿਜਲੀ ਧਾਰਾ ਤਾਪਨ ਪ੍ਰਭਾਵ ਸੀ। ਤਾਪਨ ਪ੍ਰਭਾਵ ਕੀ ਸੀ ਇਹ ਵੀ 7ਵੀਂ 'ਚ ਪੜ੍ਹਿਆ ਹੈ। ਇਹਦੇ ਬਾਰੇ ਕੋਈ ਇੱਥੇ ਦਿਖਾਇਆ ਨਹੀਂ ਜਾਊਗਾ, ਜਸਟ ਆਪਾਂ ਐਗਜ਼ਾਮਪਲਸ ਦੀ ਗੱਲ ਕਰ ਲੈਂਦੇ ਹਾਂ ਕਿ ਪ੍ਰੈਸ ਦਾ ਗਰਮ ਹੋਣਾ ਉਹ ਬਿਜਲੀ ਧਾਰਾ ਤਾਪਨ ਪ੍ਰਭਾਵ ਹੈ। ਕਿਸੇ ਹੀਟਰ ਦਾ ਗਰਮ ਹੋਣਾ, ਸੋ ਉੱਥੇ ਬਿਜਲੀ ਧਾਰਾ ਤਾਪਨ ਪ੍ਰਭਾਵ ਵਰਤਿਆ ਜਾਂਦਾ ਹੈ। ਆਪਾਂ ਪੜ੍ਹ ਚੁੱਕੇ ਹਾਂ। ਅੱਜ ਆਪਾਂ ਗੱਲ ਕਰਾਂਗੇ ਬਿਜਲੀ ਧਾਰਾ ਦਾ ਰਸਾਇਣਿਕ ਪ੍ਰਭਾਵ ਕੀ ਹੈ। ਇਹ
ਕਿ ਆਪਾਂ ਇਹ ਦੇਖਣਾ ਹੈ ਕਿ ਜਦੋਂ ਬਿਜਲੀ ਧਾਰਾ ਕਿਸੇ ਰਸਾਇਣ ਵਿੱਚੋਂ ਲੰਘਦੀ ਹੈ ਤਾਂ ਉਹਦੇ ਵਿੱਚ ਕੋਈ ਫਰਕ ਪੈਂਦਾ ਹੈ। ਤਾਂ ਆਪਾਂ ਇਹਦੇ ਵੱਲ ਲਈ ਦੋ ਜਿਹੜੇ ਇਹਦੇ ਇਫੈਕਟਸ ਹਨ ਉਹ ਦੀ ਗੱਲ ਕਰਾਂਗੇ। ਬਿਜਲੀ ਧਾਰਾ ਦੇ ਰਸਾਇਣਿਕ ਪ੍ਰਭਾਵ 'ਚ ਪਹਿਲਾ ਜਿਹੜਾ ਹੈ ਸਾਡੇ ਕੋਲ ਪਾਣੀ ਦਾ ਬਿਜਲੀ ਅਪਘਟਨ, ਇਲੈਕਟ੍ਰੋਲਿਸਿਸ ਆਫ ਵਾਟਰ। ਸੋ ਇਹਦੇ ਲਈ ਆਪਾਂ ਕੁਝ ਸਮਾਨ ਲਵਾਂਗੇ, ਕਿਰਿਆ ਕਰਨ ਜਾ ਰਹੇ ਹਾਂ। 2 ਕਾਰਬਨ ਦੀਆਂ ਛੜਾਂ ਲਵਾਂਗੇ। ਇਹ ਤੁਸੀਂ ਆਪਣੇ ਸੈੱਲ ਵਿੱਚੋਂ, ਜਿਹੜਾ ਤੁਹਾਡੇ ਕਲੌਕ ਦੇ ਵਿੱਚ, ਵਾਲ ਕਲੌਕ ਦੇ ਵਿੱਚ ਸੈੱਲ ਪੈਂਦਾ, ਉਹ 'ਚੋਂ ਕੱਢ ਸਕਦੇ ਹੋ ਕਾਰਬਨ ਦੀਆਂ ਛੜਾਂ। ਬੈਟਰੀ ਐਲੀਮੀਨੇਟਰ ਬੈਟਰੀ ਜਗ੍ਹਾ ਲਿਆ ਹੈ। ਉਹ ਬੈਟਰੀ ਐਲੀਮੀਨੇਟਰ ਨੂੰ ਆਪਾਂ ਜਿਹੜੀ ਮੇਨ ਸਪਲਾਈ ਤੋਂ ਆਪਾਂ ਇੱਥੇ ਤੁਹਾਡਾ ਕਰੰਟ ਲੈ ਸਕਦੇ ਹਾਂ। ਉਸ ਤੋਂ ਬਾਅਦ ਜੋੜਕ ਤਾਰਾਂ ਹਨ, ਫਿਰ ਬੀਕਰ ਹੈ ਸਾਡੇ ਕੋਲ, ਤੇ ਪਾਣੀ ਜੇ ਟੂਟੀ ਦਾ ਲਿਆ ਹੈ ਸਾਡੇ ਕੋਲ ਨਮਕ ਪਾਉਣ ਦੀ ਨਹੀਂ ਜ਼ਰੂਰਤ। ਜੇ ਡਿਸਟਿਲਡ ਵਾਟਰ ਹੈ ਤਾਂ ਸਾਨੂੰ ਪਾਣੀ ਵਿੱਚ ਨਮਕ ਪਾਉਣਾ ਪਵੇਗਾ। ਕਿਉਂਕਿ ਉਹਨੂੰ ਆਪਾਂ ਚਾਲਕ ਬਣਾਉਣਾ ਹੈ ਬਿਜਲੀ ਦਾ। ਸੋ ਆਪਾਂ ਸਰਕਟ ਡਾਇਗਰਾਮ ਦੇਖਾਂਗੇ ਇਹਦੇ ਵਿੱਚ। ਸਰਕਟ ਡਾਇਗਰਾਮ ਵਿੱਚ ਸਾਡੇ ਕੋਲ ਇਹ ਬੈਟਰੀ ਹੈ, ਇਹਦਾ ਪਲੱਸ ਤੇ ਮਾਈਨਸ। ਕਾਰਬਨ ਦੀਆਂ ਛੜਾਂ ਨੂੰ ਆਪਾਂ ਜੋੜਨਾ ਹੈ। ਸੋ ਇੱਕ ਨੂੰ ਪਲੱਸ ਨਾਲ, ਇੱਕ ਨੂੰ ਮਾਈਨਸ ਨਾਲ। ਤਾਂ ਇਹ ਤੁਹਾਡੇ ਕੋਲ ਧਾਤ ਦੀ ਟੋਪੀ ਹੈ। ਕਾਰਬਨ ਦੀ ਛੜ ਦੇ ਉੱਤੇ ਟੋਪੀ ਲੱਗੀ ਰਹਿਣ ਦੇਣੀ ਹੈ ਜਦੋਂ ਕੱਢਣਾ ਹੈ ਸੈੱਲ 'ਚੋਂ ਉਹਨੂੰ। ਸੋ ਪਾਣੀ ਵਿੱਚ ਡੁੱਬੀਆਂ ਹੋਈਆਂ ਹਨ। ਸੋ ਇਹ ਕਿਰਿਆ ਆਪਾਂ ਕਰਨੀ ਹੈ। ਆਓ ਦੇਖਦੇ ਹਾਂ ਕਿਰਿਆ। ਬੇਟਾ ਅਸੀਂ ਇੱਕ ਬੀਕਰ ਵਿੱਚ ਪਾਣੀ ਲਿਆ ਹੋਇਆ ਕੁਝ, ਤੇ ਕਾਰਬਨ ਦੀਆਂ ਛੜਾਂ ਲਈਆਂ ਹੋਈਆਂ ਆ, ਸੈੱਲ 'ਚੋਂ ਕੱਢ ਚੁੱਕੇ ਹਾਂ ਉਹਨੂੰ। ਸੋ ਬੀਕਰ ਦੇ ਪਾਣੀ ਵਿੱਚ ਤੁਸੀਂ ਨਮਕ ਘੋਲ ਸਕਦੇ ਹੋ। ਜੇ ਟੂਟੀ ਦਾ ਪਾਣੀ ਹੈ ਤਾਂ ਕੋਈ ਲੋੜ ਨਹੀਂ ਘੋਲਣ ਦੀ। ਇਹਦੇ ਨਾਲ ਹੀ ਤੁਸੀਂ ਜਿਹੜਾ ਨੀਲਾ ਡਿਵਾਈਸ ਦੇਖ ਰਹੇ ਹੋ, ਇਹ ਬੈਟਰੀ ਐਲੀਮੀਨੇਟਰ ਹੈ, ਜਿਹਦੇ ਪਲੱਸ ਮਾਈਨਸ ਹੁੰਦੇ ਹਨ, ਪੋਜ਼ੀਟਿਵ ਨੈਗੇਟਿਵ ਟਰਮੀਨਲ। ਤੇ ਦੋਨਾਂ ਕਾਰਬਨ ਰੋਡਸ ਨੂੰ ਕੱਲੀ ਨੂੰ, ਇੱਕ ਨੂੰ ਪਲੱਸ ਨਾਲ, ਇੱਕ ਨੂੰ ਮਾਈਨਸ ਨਾਲ, ਯਾਨੀ ਕਿ ਇੱਕ ਨੂੰ ਧਨ ਟਰਮੀਨਲ ਦੇ ਨਾਲ ਤੇ ਇੱਕ ਨੂੰ ਰਿਣ ਦੇ ਨਾਲ ਜੋੜਿਆ ਹੈ। ਜਿਹੜਾ ਲਾਲ ਰੰਗ ਦਾ ਟਰਮੀਨਲ ਹੈ ਉਹ ਪਲੱਸ ਹੁੰਦਾ ਹੈ, ਕਾਲੇ ਵਾਲਾ ਜਿਹੜਾ ਹੈ ਉਹ ਮਾਈਨਸ ਹੁੰਦਾ ਹੈ। ਇਹ ਯਾਦ ਰੱਖਣਾ ਹੈ। ਲਾਲ ਵਾਲਾ ਧਨ ਪਲੱਸ ਤੇ ਕਾਲੇ ਵਾਲਾ ਮਾਈਨਸ। ਸੋ ਅਸੀਂ ਬੈਟਰੀ ਐਲੀਮੀਨੇਟਰ ਔਨ ਕਰਦੇ ਹਾਂ। ਸੋ ਦੇਖਾਂਗੇ ਕੀ, ਹਾਂਜੀ ਦੇਖੋ ਬੁਲਬੁਲੇ ਬਣਨੇ ਸ਼ੁਰੂ ਹੋ ਗਏ ਹਨ ਕਾਰਬਨ ਰੋਡ ਦੇ ਆਲੇ ਦੁਆਲੇ। ਜਿਹੜੀ ਸੱਜੇ ਪਾਸੇ ਕਾਰਬਨ ਰੋਡ ਹੈ, ਜਿਹੜੀ ਨੈਗੇਟਿਵ ਟਰਮੀਨਲ ਨਾਲ ਜੁੜੀ ਹੋਈ ਹੈ, ਦੇਖੋ ਤੁਸੀਂ ਰਿਣ ਟਰਮੀਨਲ ਨਾਲ, ਉਹਦੇ ਆਲੇ ਦੁਆਲੇ ਬੁਲਬੁਲੇ ਜ਼ਿਆਦਾ ਬਣ ਰਹੇ ਹਨ ਐਜ਼ ਕੰਪੇਅਰ ਟੂ ਦੂਸਰੀ ਜਿਹੜੀ ਉਹਦੀ ਮੁਕਾਬਲੇ, ਦੂਸਰੀ ਕਾਰਬਨ ਰੋਡ ਦੇ ਮੁਕਾਬਲੇ ਜਿਹੜੀ ਕਿਹਨਾਂ ਜੁੜੀ ਹੈ, ਪਲੱਸ ਟਰਮੀਨਲ ਦੇ ਨਾਲ। ਤੁਸੀਂ ਦੇਖ ਸਕਦੇ ਹੋ ਇੱਥੇ ਬੁਲਬੁਲੇ ਘੱਟ ਬਣ ਰਹੇ ਹਨ। ਤੇ ਇਹ ਰੋਡ ਜਿਹੜੀ ਹੈ ਕਾਰਬਨ ਰੋਡ, ਉਹ ਧਨ ਟਰਮੀਨਲ ਯਾਨੀ ਕਿ ਪੋਜ਼ੀਟਿਵ ਟਰਮੀਨਲ ਦੇ ਨਾਲ ਪਲੱਸ ਟਰਮੀਨਲ ਨਾਲ ਜੁੜੀ ਹੋਈ ਹੈ। ਸੋ ਇਹਦੇ ਵਿੱਚ ਕੀ ਹੈ, ਅਸਲ 'ਚ ਪਾਣੀ ਦਾ ਫਾਰਮੂਲਾ ਕੀ ਹੁੰਦਾ ਹੈ, H2O। 2 ਪਰਮਾਣੂ ਹਾਈਡਰੋਜਨ ਦੇ ਤੇ 1 ਪਰਮਾਣੂ ਆਕਸੀਜਨ ਦਾ। ਇਹ ਤੁਸੀਂ ਵੱਡੀ ਕਲਾਸ 'ਚ ਪਰਮਾਣੂਆਂ ਬਾਰੇ ਪੜ੍ਹੋਗੇ, ਪਰਮਾਣੂ ਤੇ ਅਣੂ, ਨਵੀਂ ਕਲਾਸ 'ਚ ਜਾ ਕੇ। ਤੋ ਇਹਦੇ ਵਿੱਚ ਕੀ ਹੈ ਕਿ ਹਾਈਡਰੋਜਨ ਤੇ ਆਕਸੀਜਨ ਜਿਹੜਾ ਉਹ ਵੱਖ ਹੋ ਰਹੇ ਹਨ। ਸੋ ਅਸੀਂ ਦੇਖਦੇ ਹਾਂ ਕਿੱਦਾਂ ਵੱਖ ਹੋ ਰਹੇ ਹਨ। ਇਹ ਐਕਸਪੈਰੀਮੈਂਟ ਸੀ ਸਾਡਾ, ਇਹ ਪਿਛਲੇ ਸਾਲ ਬੱਚਿਆਂ ਨੂੰ ਕਰਾਇਆ ਸੀ। ਸੋ ਦੇਖਦੇ ਹਾਂ, ਸਮਝਦੇ ਹਾਂ, ਇਹਦੀ ਐਕਸਪਲੇਨੇਸ਼ਨ ਦੇਖਦੇ ਹਾਂ ਆਪਾਂ। ਹੁਣ ਤੁਸੀਂ ਬੇਟਾ ਦੇਖਿਆ ਕਿ ਆ ਪਲੱਸ ਟਰਮੀਨਲ ਹੈ, ਮਾਈਨਸ ਹੈ ਬੈਟਰੀ ਐਲੀਮੀਨੇਟਰ ਦਾ। ਤੋ ਇਸ ਜਿਹੜਾ ਧਨ ਟਰਮੀਨਲ, ਰਿਣ ਟਰਮੀਨਲ ਸੀ, ਮਾਈਨਸ ਟਰਮੀਨਲ ਸੀ, ਇਹਦੇ ਨਾਲ ਜਿਹੜਾ ਕਾਰਬਨ ਰੋਡ ਜੁੜੀ ਹੈ, ਇਹਨਾਂ ਬੁਲਬੁਲੇ ਜ਼ਿਆਦਾ ਸਨ। ਸੋ ਬਬਲਸ ਜ਼ਿਆਦਾ ਸੀਗੇ। ਸਾਡੇ ਕੋਲ ਪਾਣੀ ਦਾ ਫਾਰਮੂਲਾ ਕੀ ਹੈ, H2O, ਯਾਨੀ ਕਿ ਜਿਹੜੇ 2 ਹਨ ਉਹ ਹਾਈਡਰੋਜਨ ਹਨ, 2 ਦੁੱਗਣੇ ਹਨ। ਅਸੀਂ ਇਹ ਕਹਿ ਸਕਦੇ ਕਿ ਹਾਈਡਰੋਜਨ ਆਕਸੀਜਨ ਨਾਲੋਂ ਦੁੱਗਣਾ ਹੈ। ਇੱਕ ਜਿਹੜਾ ਪਰਮਾਣੂ ਹੈ ਆਕਸੀਜਨ ਦਾ ਹੈ। ਸੋ ਇਸ ਕਰਕੇ ਇਸ ਜਿਹੜਾ ਰਿਣ ਟਰਮੀਨਲ ਸੀ ਉੱਤੇ ਜਿਹੜੇ ਹਾਈਡਰੋਜਨ ਦੇ ਜਿਹੜੇ ਬੁਲਬੁਲੇ ਬਣ ਰਹੇ ਸੀ ਉਹ ਦੁੱਗਣੇ ਸੀਗੇ।
ਐਜ਼ ਕੰਪੇਅਰ ਟੂ ਇਹ ਵਾਲੇ, ਐਜ਼ ਕੰਪੇਅਰ ਟੂ ਜਿਹੜੇ ਪੋਜ਼ੀਟਿਵ ਟਰਮੀਨਲ 'ਤੇ ਜੁੜਿਆ ਸੀ ਕਾਰਬਨ ਰੋਡ ਜੁੜੀ ਹੋਈ ਹੈ ਉਹਦੇ ਕੰਪੈਟਿਬਲੀ ਦੁੱਗਣੇ ਸੀ। ਕਿਹੜੀ ਰੋਡ ਦੇ ਉੱਤੇ? ਧਨ ਰੇਨ ਟਰਮੀਨਲ ਵਾਲੀ ਰੋਡ ਦੇ ਉੱਤੇ। तो इतने हाइड्रोजन के बुलबुले बने सन। तुसी वड्डी जमात ये भी देखोगे कि हाइड्रोजन ते प्लस चार्ज होंदा है, वो तां इहदे वल रेन टर्मिनल वाली साइड जांदा है, ते ऑक्सीजन ते माइनस होंदा है, वो यह धन टर्मिनल वल नूं गैस जिहड़ी आ वो अट्रैक्ट होंदी है, आकर्षित होंदी है। सो इत्थे आपां ये कंकलूड कीता, सिट्टा कढिया कि पानी दे पीले उपकरण दे विच पानी दे विच जो हाइड्रोजन ते ऑक्सीजन नाल मिल के पानी बनिया होंदा है, वो हाइड्रोजन ते ऑक्सीजन गैसां जिहड़ियां हन वो वखरियां होंदियां हन ते कार्बन डाइऑक्साइड दे नाल उन्हां दे बुलबुले दिखाई दिंदे हन। याद रखना है तुसीं। सो अगे है साडे कोल दूजा बिजली तरह का रसायनिक प्रभाव दे विच दूजा इफैक्ट है, वो है बिजली मुलमांकरण यानी कि इलैक्ट्रोप्लेटिंग। इलैक्ट्रोप्लेटिंग विच देखांगे असीं, तुसीं देखिया होवेगा कि पहले चित्र में तुसीं देख रहे हो ये कुछ गहने हैं। कई गहने इदां दे हुंदे हन जो देखण च सोने दे लगदे हन पर वो असल च सोने दे नहीं हुंदे। तुसीं देखिया होवेगा औरतां ने इदां दे गहने लाए हुंदे हन, कुछ महीनों बाद या कुछ दिनों बाद उन्हां दा रंग उपरों जिहड़ा सुनहरी रंग हुंदा है वो लिथना शुरू हो जाता है। ਉਹਦਾ कारण की हुंदा है कि ਉਹਦੇ ਉੱਤੇ सोने की परत चढ़ाई हुंदी है ते थल्ले कोई सस्ती धात हुंदी है। इस तरह के गहने आसानी नाल मिल जाते हैं, सस्ते मिल जाते हैं सॉरी। सो इस तो इलावा तुसीं जे आपां होर सौखा करिए, तुसीं अपने साइकिल दा जिहड़ा हैंडल आ वो देखिया होवेगा, जो नवां लैंदे हो साइकिल चमकदार हुंदा है। जेकर किते साइकिल डिग जावे ते झरीटा पैण या कुछ समय बाद ਇਹਦੇ हैंडल का उपरला रंग जो है चमकीला रंग वो उतरना शुरू हो जाता है, तो हेठला जिहड़ा धात होंदी है वो इन्नी चमकीली नहीं होंदी। तो असल विच की है कि इन्हां उत्ते इलैक्ट्रोप्लेटिंग की गई होंदी है, बिजली मुलमांकरण किया गया होंदा है। बिजली मुलमांकरण है कि बिजली क्रिया द्वारा किसी एक धात के उत्ते किसी दूजी धात की किसी अपनी मर्जी की दूजी धात की परत चढ़ाउण की क्रिया जिहड़ी हुंदी है वो इलैक्ट्रोप्लेटिंग या बिजली मुलमांकरण उहनूं आखदे हां। इस तो इलावा कई पदार्थ दिख रहे हैं तुहानूं, टूटियां चमकदियां नज़र आ रही हैं। ये सारा पदार्थ वो नहीं हुंदा, इस ज़्यादातर क्रोमियम चढ़ाया गया है, क्रोमियम लिखा गया है। इन्हां सारिਆਂ ते क्रोमियम प्लेटिंग की गई है। तुहाडी साइकिल की घंटी के उत्ते जिहड़े व्हील हुंदे हन, चक्के हुंदे हन, उन्हां दे उत्ते ते किचन का जिहड़ा स्टोव है, चुल्हा है, उहदे उत्ते भी की गई है, कार ग्रिल। तो आओ देखते हाँ, ये तो इहदियां बिजली मुलमांकरण दी एप्लीकेशन अगे क्रिया देखते हैं आपां। सो बिजली मुलमांकरण है क्रिया आप भी करांगे। तो सब तो पहला परिभाषा सी, बिजली द्वारा किसी धात उत्ते किसी इच्छित धात की परत चढ़ाउण की प्रक्रिया नूं बिजली मुलमांकरण इलैक्ट्रोप्लेटिंग कहते हैं। तो लोड़ींदा समान की है, तो साडे कोल कॉपर सल्फेट का घोल जिहड़ा नीला घोल तुसीं देख रहे हो, ये कॉपर सल्फेट का घोल है। डायग्राम दे विच कॉपर सल्फेट का घोल है, नीला घोल है। हल्का सल्फ्यूरिक एसिड इस घोल दे विच पाया गया है चालकता वधाउण दे लई। बीकर विच यह घोल लिया गया है। तांबे दीयां प्लेटां हन, ये रेगमार नाल रगड़ियां होईयां हन, तांबे दी प्लेटां ये हन साडे कोल। उस तो बाद जोड़ा तार, जोड़क तारां कनैक्टिंग वायरस जिन्ना आपां सर्किट बनाउणा है, जोड़ना है। तो बैटरी एलिमिनेटर है साडे कोल, ये सो प्लस माइनस टर्मिनल। आपां क्रिया देखते हाँ, विद्यार्थियों करवाई गई क्रिया की वीडियो देखते हाँ तो जानते हाँ इलैक्ट्रोप्लेटिंग दे नाल किस तरह आपां एक धात के उत्ते किसी धात की परत चढ़ा सकते हाँ। इस क्रिया आपां कापर के उत्ते परत चढ़ा रहे हाँ। सो देखते हाँ। हाँ जी, गुड आफ्टरनून स्टूडेंट्स। हाँ जी बेटा, आज जो एक्सपेरिमेंट करने जा रहे हैं इस आपां इलैक्ट्रोप्लेटिंग करनी आ एक कॉपर की प्लेट की। मेरे को 2 कॉपर प्लेट आ, एक कॉपर प्लेट नूं आ बैटरी एलिमिनेटर के पॉजिटिव टर्मिनल नाल जोड़िया होया धन टर्मिनल के नाल, ते दूजी प्लेट नूं आपां इसे बैटरी एलिमिनेटर के रेन टर्मिनल यानी कि नैगेटिव टर्मिनल नाल जोड़िया होया। बैटरी एलिमिनेटर के विच वख-वख पॉइंट्स आ,
ਇਹਨੂੰ ਵੋਲਟੇਜ ਰੈਗੂਲੇਟਰ ਵੀ ਕਹਿੰਦੇ ਆ। ਇਹਦੇ ਤੋਂ ਤੁਸੀਂ ਵੋਲਟੇਜ ਜਿਹੜੀ ਆ ਉਹ ਆਪਣੇ ਹਿਸਾਬ ਨਾਲ 2 ਵੋਲਟ ਤੋਂ ਲੈ ਕੇ 12 ਵੋਲਟ ਤੱਕ ਸੈੱਟ ਕਰ ਸਕਦੇ ਹਾਂ। ਸੋ ਸਭ ਤੋਂ ਪਹਿਲਾਂ ਕੀ ਕਰਾਂਗੇ, ਆਪਾਂ ਇੱਕ ਮੇਰੇ ਕੋਲ ਘੋਲ ਹੈ, ਇਹ ਕਾਪਰ ਸਲਫੇਟ ਦਾ ਘੋਲ ਹੈ। ਕਾਪਰ ਸਲਫੇਟ ਦਾ ਘੋਲ ਲਿਆ ਹੋਇਆ ਆਪਾਂ, ਔਰ ਉਹਦੇ ਵਿੱਚ 2-3 ਡ੍ਰੌਪਸ ਜਿਹੜੀਆਂ ਆ ਉਹ ਸਲਫੂਰਿਕ ਐਸਿਡ ਦੀਆਂ ਪਾਈਆਂ ਹੋਈਆਂ, ਡਿਲੂਟ ਸਲਫੂਰਿਕ ਐਸਿਡ, ਪਤਲੇ ਸਲਫੂਰਿਕ ਐਸਿਡ। ਹੁਣ ਕੀ ਕਰਾਂਗੇ ਬੇਟਾ, ਇਹਦੇ ਵਿੱਚ ਆਪਾਂ ਇਹ ਕਾਪਰ ਪਲੇਟਸ ਦੋਨੋਂ ਇਨਸਰਟ ਕਰਾਂਗੇ। ਵੈਜ਼ਲ ਥੋੜਾ ਵੱਡਾ ਹੋਣਾ ਚਾਹੀਦਾ, ਵੀਕਰ ਆਪਾਂ ਲਿਆ ਹੋਇਆ, ਤਾਂ ਜੋ ਜਿਹੜੀਆਂ ਕਾਪਰ ਪਲੇਟਸ ਆ ਉਹ ਇੱਕ ਦੂਜੇ ਤੋਂ ਦੂਰ ਰਹਿਣ। ਕਾਪਰ ਪਲੇਟ ਨੂੰ ਸੈੱਟ ਕਰਨ ਤੋਂ ਬਾਅਦ ਹੀ ਬੈਟਰੀ ਐਲੀਮੀਨੇਟਰ ਨੂੰ ਔਨ ਕਰਨਾ ਹੈ। ਸੋ ਵੀ ਆਰ ਸੈਟਿੰਗ ਥੀਸ ਪਲੇਟਸ। ਸੋ ਆਲਮੋਸਟ ਸੈੱਟ ਹੋ ਚੁੱਕੀਆਂ। ਬੈਟਰੀ ਐਲੀਮੀਨੇਟਰ ਨੂੰ ਔਨ ਕੀਤਾ, 8 ਵੋਲਟ ਮੈਂ ਇਹਦੀ ਵੋਲਟੇਜ ਸੈੱਟ ਕੀਤੀ ਹੈ। ਸੋ ਇਹਨੂੰ ਆਪਾਂ 15 ਮਿੰਟ ਵਾਸਤੇ ਛੱਡਾਂਗੇ, ਔਰ 15 ਮਿੰਟ ਤੋਂ ਬਾਅਦ ਦੋਨੋਂ ਪਲੇਟਸ ਨੂੰ ਆਬਜ਼ਰਵ ਕਰਾਂਗੇ ਕਿ ਇਹਦੇ 'ਤੇ ਕੀ ਚੇਂਜਸ ਹੋਣਗੇ। ਹਾਂਜੀ ਬੇਟਾ, 10 ਮਿੰਟ ਹੋਏ ਆ ਸਾਡੇ, ਟਾਈਮ 15 ਮਿੰਟ ਪੂਰੇ ਨਹੀਂ ਹੋਏ, ਲਾਈਟ ਚਲ ਗਈ ਆ, ਤੇ ਫਿਰ ਵੀ ਆਪਾਂ ਦੇਖ ਲੈਂਦੇ ਹਾਂ ਪਲੇਟ ਬਾਹਰ ਕੱਢ ਕੇ। ਵਾਟ ਇਜ਼ ਦੀ ਕੰਡੀਸ਼ਨ ਆਫ ਦੀ ਪਲੇਟ? This is the beautiful electroplating on copper plate of a copper plate. You can see this negative terminal is electroplated. Negative terminal ही क्यों electroplate होया? Because copper ते केड़ा चार्ज हुंदा आ? प्लस चार्ज। So positive चार्ज हुंदा आ, वो ਜਿਹੜਾ ਕਾਪਰ ਸਲਫੇਟ ਦੇ ਸੋਲੂਸ਼ਨ ਵਿੱਚੋਂ ਕਾਪਰ ਜਿਹੜਾ ਆ ਉਹ ਜਿਹੜੀ ਕਾਪਰ ਪਲੇਟ ਨੈਗੇਟਿਵ ਟਰਮੀਨਲ ਨਾਲ ਕਨੈਕਟਡ ਸੀਗੀ ਉਹਦੇ ਵੱਲ ਨੂੰ ਉਹ ਅਟੈਚ ਹੋ ਗਿਆ, ਜਾਂ ਕਹ ਲਓ ਇਲੈਕਟ੍ਰੋਪਲੇਟ ਹੋ ਗਿਆ। ਯੈਸ ਸਰ। ਸੋ ਦਿਸ ਇਜ਼ ਕਾਲਡ ਇਲੈਕਟ੍ਰੋਪਲੇਟਿੰਗ। ਬਹੁਤ ਵਧੀਆ ਇਲੈਕਟ੍ਰੋਪਲੇਟਿੰਗ ਹੋਈ ਆ। ਆਪਾਂ ਇਹ ਇੱਕ ਧਾਤ, ਸੇਮ ਧਾਤ ਦੀ ਦੂਜੀ ਧਾਤ ਦੇ ਉੱਤੇ ਕਾਪਰ ਦੇ ਉੱਤੇ ਇਲੈਕਟ੍ਰੋਪਲੇਟਿੰਗ ਕੀਤੀ ਆ, ਬਟ ਆਪਾਂ ਕਿਸੇ ਇੱਕ ਧਾਤ ਦੇ ਉੱਤੇ ਕਿਸੇ ਹੋਰ ਦੂਜੀ ਧਾਤ ਦੀ ਜਾਂ ਮੈਟਲ ਦੀ ਕਹ ਲਓ ਇਲੈਕਟ੍ਰੋਪਲੇਟਿੰਗ ਵੀ ਕਰ ਸਕਦੇ ਹਾਂ। ਸੋ ਦਿਸ ਇਜ਼ ਆਰ ਟੂਡੇਜ਼ ਐਕਸਪੈਰੀਮੈਂਟ। ਥੈਂਕ ਯੂ। ਗੁੱਡ ਆਫਟਰਨੂਨ ਸਟੂਡੈਂਟਸ। ਸੋ ਇਸ 'ਤੇ ਅਸੀਂ ਦੇਖਿਆ ਕਿ ਇੱਕ ਤਾਂਬੇ ਦੀ ਪਲੇਟ ਦੇ ਉੱਤੇ ਜਿਹੜਾ ਹੈ ਉਹ ਸਾਡੇ ਕੋਲ ਤਾਂਬੇ ਦੀ ਜਾਂ ਕਾਪਰ ਦੀ ਕਹਿ ਲਓ ਪਰਤ ਚੜ੍ਹ ਗਈ। ਸੋ ਆਪਾਂ ਧਾਤ ਦੀ ਪਰਤ ਚੜ੍ਹਾਤੀ। ਅਸਲ ਵਿੱਚ ਇਹਦੇ 'ਚ ਹੋਇਆ ਕੀ ਆ, ਆਪਾਂ ਦੇਖਿਆ ਕਿ ਨੈਗੇਟਿਵ ਟਰਮੀਨਲ ਦੇ ਵਿੱਚ ਜਿਹੜੀ ਨਾਲ ਜੁੜੀ ਹੋਈ ਤਾਂਬੇ ਦੀ ਪਲੇਟ ਸੀ ਉਹਦੇ ਉੱਤੇ ਧਾਤ ਦੀ ਪਰਤ ਚੜ੍ਹੀ। ਉਹਦਾ ਕਾਰਨ ਕੀ ਸੀ ਕਿ ਕਾਪਰ ਜਿਹੜਾ ਤਾਂਬਾ ਹੈ, ਕਾਪਰ ਦੇ ਉੱਤੇ ਕਿਹੜਾ ਚਾਰਜ ਹੁੰਦਾ ਹੈ? ਪਲੱਸ ਚਾਰਜ ਹੁੰਦਾ ਹੈ। ਉਹ ਇਹਦੇ ਵੱਲੋਂ ਆਕਰਸ਼ਿਤ ਹੁੰਦਾ ਹੈ, ਮਾਈਨਸ ਵੱਲੋਂ। ਤੋ ਅਸਲ ਵਿੱਚ ਹੋਇਆ ਕਿ ਜਿਹੜਾ ਕਾਪਰ ਸਲਫੇਟ ਦੇ ਘੋਲ ਵਿੱਚ, ਕਾਪਰ ਸਲਫੇਟ ਤੁਸੀਂ ਛੋਟੀ 7ਵੀਂ ਜਮਾਤ 'ਚ ਵੀ ਪੜ੍ਹ ਚੁੱਕੇ ਹੋ, ਕਾਪਰ ਸਲਫੇਟ ਦੇ ਘੋਲ ਵਿੱਚੋਂ ਜਿੱਥੇ ਪਲੱਸ ਚਾਰਜ ਸੀ ਕਾਪਰ ਨੂੰ, ਇਸ ਘੋਲ 'ਚੋਂ ਇਹਨੇ ਆਕਰਸ਼ਿਤ ਕੀਤਾ ਇਸ ਪਲੇਟ ਨੇ। ਕਿਹੜੀ ਪਲੇਟ ਨੇ? ਜਿਹੜੀ ਪਲੇਟ ਰਿਨ ਟਰਮੀਨਲ ਯਾਨੀ ਕਿ ਮਾਈਨਸ ਟਰਮੀਨਲ ਦੇ ਨਾਲ ਜੁੜੀ ਹੋਈ ਸੀ। ਸੋ ਉਹਦੇ 'ਤੇ ਪਰਤ ਚੜ੍ਹ ਗਈ। ਹੁਣ ਤੁਸੀਂ ਇਹ ਵੀ ਸੋਚਦੇ ਹੋਵੋਗੇ ਇਸ ਘੋਲ ਵਿੱਚੋਂ ਜਿਹੜਾ ਕਾਪਰ ਗੈਪ ਹੋਇਆ ਉਹਦੀ ਜਿਹੜੀ ਆਪਣੀ ਕਿੱਦਾਂ ਕੰਪਨਸੇਟ ਹੋਏਗਾ, ਉਹ ਭਰਪਾਈ ਕਿੱਦਾਂ ਹੋਏਗੀ। ਸੋ ਉਹਦੇ ਲਈ ਕੀ ਹੈ ਕਿ ਜਿਹੜਾ ਆਹ ਪੋਜ਼ੀਟਿਵ ਟਰਮੀਨਲ ਹੈ ਉਹਦੇ ਨਾਲ ਜੁੜਿਆ ਹੋਇਆ ਜਿਹੜੀ ਤਾਂਬੇ ਦੀ ਪਲੇਟ ਹੈ ਉਹਨੇ ਆਪਣਾ ਕਾਪਰ ਇਹਨੂੰ ਘੋਲ ਨੂੰ ਦੇਣਾ ਹੈ। ਸੋ ਇਸ ਤਰ੍ਹਾਂ ਘੋਲ ਵਿੱਚ ਜਿਹੜਾ ਕਾਪਰ ਸਲਫੇਟ ਆ ਉਹ ਕਾਪਰ ਜਿਹੜਾ ਹੈ ਉਹ ਪੂਰਾ ਹੁੰਦਾ ਰਹੇਗਾ। ਸੋ ਇਸ ਤਰ੍ਹਾਂ ਆਪਾਂ ਕਾਪਰ ਦੇ ਉੱਤੇ ਇਲੈਕਟ੍ਰੋਪਲੇਟਿੰਗ ਕੀਤੀ। ਇਸ ਤੋਂ ਇਲਾਵਾ ਆਪਾਂ ਕਿਸੇ ਇੱਕ ਧਾਤ ਦੇ ਉੱਤੇ ਦੂਜੀ ਧਾਤ ਦੀ ਕਾਪਰ ਪਲੇਟਿੰਗ ਕਰ ਸਕਦੇ, ਜਿਹੜੀਆਂ ਆਪਾਂ ਪਿੱਛੇ ਐਪਲੀਕੇਸ਼ਨਸ ਦੇਖਿਆ। ਸੋ ਇਹ ਸੀ ਸਾਡੀ ਇਲੈਕਟ੍ਰੋਪਲੇਟਿੰਗ, ਬਿਜਲੀ ਮੁਲਮਾਂਕਰਨ। ਸੋ ਅੱਜ ਦੇ ਇਸ ਬਿਜਲੀ ਤਾਰਾਂ ਦੇ ਰਸਾਇਣਿਕ ਪ੍ਰਭਾਵ ਚੈਪਟਰ ਵਿੱਚ ਅਸੀਂ ਕੀ ਸਿੱਖਿਆ ਥੋੜ੍ਹਾ ਬਰੀਫਲੀ ਦੇਖ ਲੈਂਦੇ ਹਾਂ। ਕੁਝ ਦਰਵ ਬਿਜਲੀ ਦੇ ਚੰਗੇ ਚਾਲਕ ਹੁੰਦੇ ਹਨ। ਫਿਰ ਦੇਖਿਆ ਅਸੀਂ ਕੁਝ ਦਰਵ ਬਿਜਲੀ ਦੇ ਕਮਜ਼ੋਰ ਚਾਲਕ ਹੁੰਦੇ ਹਨ। ਫਿਰ ਅਸੀਂ ਬਿਜਲੀ ਧਾਰਾ ਦੇ ਰਸਾਇਣਿਕ ਪ੍ਰਭਾਵਾਂ ਦੀ ਗੱਲ ਕੀਤੀ। ਪਾਣੀ ਦਾ ਬਿਜਲੀ ਅਪਘਟਨ ਇਲੈਕਟ੍ਰੋਲਿਸਿਸ ਆਫ ਵਾਟਰ ਅਤੇ ਬਿਜਲੀ ਮੁਲਮਾਂਕਰਨ ਇਲੈਕਟ੍ਰੋਪਲੇਟਿੰਗ ਦੀ ਗੱਲ ਕੀਤੀ।
तो इस तो इलावा ਆਪਾਂ ਅਭਿਆਸ ਦੇ ਪ੍ਰਸ਼ਨ ਕਰਨ ਜਾ ਰਹੇ ਹਾਂ ਤੁਹਾਡੀ ਕਿਤਾਬ ਦੇ ਪਿਛਲੇ ਅਭਿਆਸ ਦੇ। ਸੋ ਸ਼ੁਰੂ ਕਰਦੇ ਹਾਂ। ਅਭਿਆਸ ਦਾ ਪਹਿਲਾ ਪ੍ਰਸ਼ਨ ਹੈ, ਖਾਲੀ ਥਾਵਾਂ ਹਨ। ਕੂੜਾ ਹੈ ਸਾਡੇ ਕੋਲ। ਬਿਜਲੀ ਚਾਲਣ ਕਰਨ ਵਾਲੇ ਵਧੇਰੇ ਦਰਵ ਡੈਸ਼ ਡੈਸ਼ ਅਤੇ ਡੈਸ਼ ਦੇ ਘੋਲ ਹੁੰਦੇ ਹਨ। ਸੋ ਤੁਸੀਂ ਦੇਖ ਚੁੱਕੇ ਹੋ, ਆਪਾਂ ਪੜ੍ਹਿਆ ਹੈ ਕਿ ਕਿਹੜੇ ਘੋਲ ਹੁੰਦੇ ਹਨ। ਉਹ ਤੇਜ਼ਾਬ, ਖਾਰ ਅਤੇ ਲੂਣ ਦੇ ਘੋਲ ਹੁੰਦੇ ਹਨ। ਸੋ ਇੱਥੇ ਆ ਜਾਏਗਾ ਤੇਜ਼ਾਬ, ਇੱਥੇ ਖਾਰ ਅਤੇ ਇੱਥੇ ਲੂਣ ਆ ਜਾਏਗਾ ਸਾਡੇ ਕੋਲ। ਦੂਜਾ ਜਿਹੜਾ ਖਾਲੀ ਥਾਂ ਹੈ, ਕਿਸੇ ਘੋਲ ਵਿੱਚੋਂ ਬਿਜਲੀ ਧਾਰਾ ਲੰਘਣ 'ਤੇ ਡੈਸ਼ ਪ੍ਰਭਾਵ ਹੁੰਦਾ ਹੈ। ਸੋ ਆਪਾਂ ਇਹ ਪ੍ਰਭਾਵ ਬਾਰੇ ਜਿਹੜੀ ਗੱਲ ਕੀਤੀ, ਮੇਨ ਚੈਪਟਰ ਦਾ ਨਾਮ ਵੀ ਹੈ ਉਹੀ, ਰਸਾਇਣਿਕ ਪ੍ਰਭਾਵ ਪੈਦਾ ਹੁੰਦਾ ਹੈ। ਸੋ ਕਿਸੇ ਘੋਲ 'ਚੋਂ ਬਿਜਲੀ ਧਾਰਾ ਲੰਘਣ 'ਤੇ ਸਾਡੇ ਕੋਲ ਰਸਾਇਣਿਕ ਪ੍ਰਭਾਵ, ਇਹਦਾ ਆਨਸਰ ਹੈ ਦੂਜੇ ਦਾ। ਰਸਾਇਣਿਕ ਪ੍ਰਭਾਵ ਜਿਹੜਾ ਹੈ ਉਹ ਪੈਦਾ ਹੁੰਦਾ ਹੈ। ਤੀਜੀ ਖਾਲੀ ਥਾਂ ਹੈ ਸਾਡੇ ਕੋਲ, ਜੇ ਕਾਪਰ ਸਲਫੇਟ ਦੇ ਘੋਲ ਵਿੱਚੋਂ ਬਿਜਲੀ ਧਾਰਾ ਲੰਘਾਈ ਜਾਵੇ ਤਾਂ ਕਾਪਰ ਬੈਟਰੀ ਦੇ ਡੈਸ਼ ਟਰਮੀਨਲ ਨਾਲ ਜੁੜੀ ਪਲੇਟ ਉੱਤੇ ਜੰਮਦਾ ਹੈ। ਹਾਂਜੀ, ਹੁਣੀ ਕੀਤਾ ਅਸੀਂ। ਤੋ ਰਿਨ ਟਰਮੀਨਲ ਦੇ ਨਾਲ ਜੁੜੀ ਹੋਈ ਪਲੇਟ ਨਾਲ, ਮਾਈਨਸ ਨਾਲ, ਕਾਰਨ ਤੁਹਾਨੂੰ ਪਤਾ ਲੱਗ ਗਿਆ, ਆਪਾਂ ਪੜ੍ਹਿਆ। ਸੋ ਨੈਗੇਟਿਵ ਟਰਮੀਨਲ ਨਾਲ ਜੁੜੀ ਹੋਈ ਪਲੇਟ ਦੇ ਨਾਲ ਕਾਪਰ ਜੰਮਦਾ ਹੈ। ਸੱਸੇ ਦਾ ਉੱਤਰ ਕੀ ਆਏਗਾ, ਦੇਖਦੇ ਹਾਂ। ਸੱਸਾ ਕੀ ਹੈ, ਬਿਜਲੀ ਧਾਰਾ ਦੁਆਰਾ ਕਿਸੇ ਪਦਾਰਥ ਉੱਤੇ ਇੱਛਤ ਧਾਤ ਦੀ ਪਰਤ ਚੜਾਉਣ ਦੀ ਪ੍ਰਕਿਰਿਆ ਨੂੰ ਡੈਸ਼ ਕਹਿੰਦੇ ਹਾਂ। ਹਾਂਜੀ, ਹੁਣੇ ਕੀਤੀ ਅਸੀਂ, ਬਿਜਲੀ ਮੁਲਮਾਂਕਰਨ। ਇਹਦਾ ਆਏਗਾ ਬਿਜਲੀ ਮੁਲਮਾਂਕਰਨ, ਇਲੈਕਟ੍ਰੋਪਲੇਟਿੰਗ। ਸੋ ਇਸ ਤੋਂ ਅਗਲੇ ਪ੍ਰਸ਼ਨ ਦੇਖਦੇ ਹਾਂ ਅਸੀਂ ਅਭਿਆਸ ਦੇ। ਦੂਜਾ ਪ੍ਰਸ਼ਨ ਹੈ ਸਾਡੇ ਕੋਲ, ਜਦੋਂ ਕਿਸੇ ਟੈਸਟਰ ਦੇ ਸੁਤੰਤਰ ਸਿਰਿਆਂ ਨੂੰ ਕਿਸੇ ਘੋਲ ਵਿੱਚ ਡੋਬਦੇ ਹਾਂ ਤਾਂ ਚੁੰਬਕੀ ਸੂਈ ਵਿਖੇਪਤ ਹੋ ਜਾਂਦੀ ਹੈ। ਕੀ ਤੁਸੀਂ ਅਜਿਹਾ ਹੋਣ ਦਾ ਕਾਰਨ ਦੀ ਵਿਆਖਿਆ ਕਰ ਸਕਦੇ ਹੋ? ਬਿਲਕੁਲ ਬੱਚਿਓ, ਤੁਸੀਂ ਕਰ ਸਕਦੇ ਹੋ। ਤੁਸੀਂ ਸਿੱਖਿਆ ਹੈ ਕਿ ਜੇ ਘੋਲ ਵਿੱਚ ਟੈਸਟਰ ਨੂੰ ਡੋਬਿਆ ਅਤੇ ਬਿਜਲੀ ਸੂਈ ਜਿਹੜੀ ਆ, ਚੁੰਬਕੀ ਸੂਈ ਜਿਹੜੀ ਵਿਖੇਪਤ ਹੁੰਦੀ ਹੈ, ਇਹਦਾ ਮਤਲਬ ਇਹ ਹੈ ਕਿ ਬਿਜਲੀ ਧਾਰਾ ਪੈਦਾ ਹੋਈ। ਬਿਜਲੀ ਧਾਰਾ ਤਾਂ ਹੀ ਪੈਦਾ ਹੋਈ ਕਿ ਸਰਕਟ 'ਚੋਂ ਬਿਜਲੀ ਲੰਘੀ। ਤਾਂ ਉਹਦਾ ਕਾਰਨ ਕੀ ਹੈ ਕਿ ਘੋਲ ਕੀ ਹੈ, ਇੱਕ ਬਿਜਲੀ ਦਾ ਚੰਗਾ ਚਾਲਕ ਹੈ। ਸੋ ਆਪਾਂ ਇਹ ਸਿੱਟਾ ਕਰਦੇ ਹਾਂ ਕਿ ਇਹ ਘੋਲ ਜਿਹੜਾ ਹੈ ਜਿਹਦੇ ਵਿੱਚ ਟੈਸਟਰ ਦੇ ਸਿਰ ਡੋਬੇ ਹਨ, ਉਹ ਇੱਕ ਬਿਜਲੀ ਦਾ ਚੰਗਾ ਚਾਲਕ ਹੈ। ਸੋ ਇਹ ਇਹਦਾ ਉੱਤਰ ਆ ਜਾਏਗਾ। ਉਸ ਤੋਂ ਬਾਅਦ ਤੀਜਾ ਪ੍ਰਸ਼ਨ ਹੈ ਸਾਡੇ ਕੋਲ, ਅਜਿਹੇ 3 ਦਰਵਾਂ ਦੇ ਨਾਂ ਲਿਖੋ ਜਿਨ੍ਹਾਂ ਦਾ ਪ੍ਰੇਖਣ ਚਿੱਤਰ 14.9 ਵਿੱਚ, ਇਸੇ ਚਿੱਤਰ ਦੀ ਗੱਲ ਕਰ ਰਹੇ ਹੋ, ਚਿੱਤਰ 14.9 ਵਿੱਚ ਦਰਸਾਏ ਅਨੁਸਾਰ ਕਰਨ 'ਤੇ ਚੁੰਬਕੀ ਸੂਈ ਵਿਖੇਪਤ ਹੋ ਸਕੇ। ਸੋ ਆਪਾਂ ਕਹਿਣ ਦਾ ਮਤਲਬ ਇਹ ਹੈ ਕਿ ਆਪਾਂ ਉਹਨਾਂ ਪਦਾਰਥਾਂ ਦਾ ਨਾਂ ਦੱਸਣੇ ਹਨ ਜਿਹੜੇ ਚੰਗੇ ਚਾਲਕ ਹਨ, ਕਿਹਦੇ, ਬਿਜਲੀ ਦੇ, ਉਹ ਤਰਲ ਪਦਾਰਥ। ਸੋ ਆਪਾਂ ਉਹਨਾਂ ਤਰਲ ਪਦਾਰਥਾਂ ਦਾ ਨਾਂ ਦੱਸਾਂਗੇ ਕਿਹੜੇ ਕਿਹੜੇ ਹੋ ਸਕਦੇ ਹਨ ਬੀਕਰ 'ਚ। ਸੋ 3 ਦਰਾਵਾਂ ਦੇ ਬਹੁਤ ਆਸਾਨ ਹਨ। ਇੱਕ ਨਿੰਬੂ ਦਾ ਰਸ ਆ ਜਾਏਗਾ, ਇੱਕ ਸਿਰਕਾ ਆ ਜਾਏਗਾ, ਅਤੇ ਇੱਕ ਟੂਟੀ ਦਾ ਪਾਣੀ ਲਿਖਦੇ ਹੋ, ਤੁਸੀਂ ਲਿਖ ਸਕਦੇ ਹੋ। ਕੁਝ ਹੋਰ ਲਿਖ ਸਕਦੇ ਹੋ, ਪਤਲਾ ਸਲਫਿਊਰਿਕ ਐਸਿਡ, ਕਾਪਰ ਸਲਫੇਟ ਦਾ ਘੋਲ, ਲੂਣ ਦਾ ਘੋਲ, ਬਹੁਤ ਸਾਰੇ ਹਨ, ਤੇਜ਼ਾਬੀ ਘੋਲ, ਖਾਰੀ ਘੋਲ। ਸੋ ਬਹੁਤ ਸਾਰੇ ਸਾਡੇ ਕੋਲ ਨਾਮ ਇਹਦੇ ਹਨ। ਸੋ ਇਹਦਾ ਆਨਸਰ ਪਤਾ ਲੱਗ ਗਿਆ ਸਾਨੂੰ। ਅਗਲਾ ਪ੍ਰਸ਼ਨ ਦੇਖਦੇ ਹਾਂ, ਚੌਥਾ। ਸੋ ਚਿੱਤਰ ਵਿੱਚ ਦਿਖਾਈ ਗਈ ਵਿਵਸਥਾ ਵਿੱਚ ਬਲਬ ਨਹੀਂ ਚਮਕਦਾ। ਕੀ ਤੁਸੀਂ ਸੰਭਾਵਿਤ ਕਾਰਨਾਂ ਦੀ ਸੂਚੀ ਬਣਾ ਸਕਦੇ ਹੋ? ਸੋ ਬਲਬ ਨਹੀਂ ਚਮਕ ਰਿਹਾ ਕਹਿੰਦੇ। ਬਹੁਤ ਸਾਰੇ ਕਾਰਕ ਹੋ ਸਕਦੇ ਹਨ ਕਾਰਨ। ਪਹਿਲਾ ਕਾਰਨ ਤਾਂ ਤੁਸੀਂ ਇਹ ਦੇਖੋਗੇ ਕਿ ਸਾਡੇ ਕੋਲ ਜਿਹੜਾ ਘੋਲ ਵਿੱਚ ਜਿਹਦੇ ਵਿੱਚ ਟੈਸਟਰ ਡੋਬਿਆ ਹੈ, ਹੋ ਸਕਦਾ ਹੈ ਉਹ ਬਿਜਲੀ ਦਾ ਚਾਲਕ ਨਾ ਹੋਵੇ। ਇੱਕ ਕਾਰਨ ਇਹ ਲਿਖਾਂਗੇ ਆਪਾਂ ਕਿ ਘੋਲ ਬਿਜਲੀ ਦਾ ਚਾਲਕ ਨਹੀਂ ਹੋ ਸਕਦਾ, ਇਹ ਕਾਰਨ ਹੋ ਸਕਦਾ ਹੈ। ਦੂਜਾ, ਸਾਡੇ ਜੋੜ ਢਿੱਲੇ ਹੋ ਸਕਦੇ ਹਨ, ਜਿੱਥੇ ਕਨੈਕਸ਼ਨਸ ਕੀਤੇ ਹੋਏ ਆਪਾਂ ਤਾਰਾਂ ਜੋੜੀਆਂ ਹਨ, ਉਹ ਜਿਹੜੇ ਜੋੜ ਹਨ ਉਹ ਢਿੱਲੇ ਹੋ ਸਕਦੇ ਹਨ। ਤੀਜਾ ਕਾਰਨ ਹੋ ਸਕਦਾ ਹੈ ਕਿ ਬਲਬ ਖਰਾਬ ਹੋ ਸਕਦਾ ਹੈ। ਚੌਥਾ ਕਾਰਨ ਦੱਸ ਸਕਦੇ ਹੋ ਬੇਟਾ? ਚੌਥਾ ਕਾਰਨ ਹੋ ਸਕਦਾ ਹੈ ਕਿ ਬੈਟਰੀ ਸਾਡੀ ਜਿਹੜੀ ਆ, ਉਹਦੇ ਸੈੱਲ ਜਾਂ ਪੂਰੀ ਬੈਟਰੀ ਜਿਹੜੀ ਆ ਉਹ ਖਰਾਬ ਹੋ ਸਕਦੀ ਹੈ ਜਾਂ ਕਮਜ਼ੋਰ ਹੋ ਸਕਦੀ ਹੈ। ਸੋ 4 ਕਾਰਨ ਹੋ ਸਕਦੇ ਹਨ। ਘੋਲ ਬਿਜਲੀ ਦਾ ਚਾਲਕ ਨਹੀਂ ਹੈ, ਬਲਬ ਖਰਾਬ ਹੈ, ਕਨੈਕਸ਼ਨਸ ਢਿੱਲੇ ਹਨ, ਅਤੇ ਚੌਥਾ ਕਾਰਨ ਹੈ ਬੈਟਰੀ ਜਾਂ ਸੈੱਲ ਕਮਜ਼ੋਰ ਹਨ, ਵੀਕ ਹੋ ਗਏ ਹਨ। ਸੋ ਇਹ ਦੇ ਨਾਲ ਆਪਾਂ ਅਗਲਾ ਪ੍ਰਸ਼ਨ ਵੱਲ ਵੱਧਦੇ ਹਾਂ। ਪੰਜਵਾਂ ਪ੍ਰਸ਼ਨ ਹੈ, 2 ਦਰਵਾਂ A ਅਤੇ B ਦੇ ਬਿਜਲੀ ਚਾਲਨ ਦੀ ਪਰਖ ਕਰਨ ਦੇ ਲਈ ਇੱਕ ਟੈਸਟ ਦੀ ਵਰਤੋਂ ਕੀਤੀ ਗਈ। 2 ਦਰਵ ਸੀ ਸਾਡੇ ਕੋਲ,
ਆਪਾਂ ਲਿਖ ਲੈਂਦੇ ਇੱਥੇ A ਦਰਵ ਸੀ ਤੇ B। ਸੋ ਟੈਸਟਰ ਦੀ ਪਰਖ ਕੀਤੀ ਗਈ। ਦਰਵ A ਵਿੱਚ ਜਿਹੜਾ ਬਲਬ ਹੈ ਉਹ ਚਮਕੀਲਾ ਪ੍ਰਕਾਸ਼ ਹੋਇਆ ਉਹਦੇ 'ਚ। ਸੋ ਜਿਹੜਾ A ਨੰਬਰ ਨਾਮ ਦਿੱਤਾ ਸੀ ਜਿਹੜੇ ਦਰਵ ਨੂੰ, ਉਹ 'ਚ ਜਿਹੜਾ ਬਲਬ ਹੈ ਉਹਦੇ ਨਾਲ ਜਦੋਂ ਟੈਸਟ ਕੀਤਾ ਤਾਂ ਚਮਕੀਲਾ ਪ੍ਰਕਾਸ਼ ਜਿਹੜਾ ਆ ਉਹ ਪੈਦਾ ਹੋਇਆ, ਲਾਈਟ ਜਲਾ ਗਲੋ ਕੀਤਾ ਜਾਣਗੇ। ਪਰ ਦਰਵ B ਵਿੱਚ ਉਹ ਬਹੁਤ ਹੀ ਹਲਕਾ ਪ੍ਰਕਾਸ਼ ਜਿਹੜਾ ਸੀ ਉਹ ਹਲਕਾ ਪੈਦਾ ਹੋਇਆ। ਆਪਾਂ ਕੀ ਸਿੱਟਾ ਕਰਦੇ ਹਾਂ, ਤੁਸੀਂ ਸਮਝ ਗਏ ਹੋਵੋਗੇ ਜਿਹੜੇ ਵਿਦਿਆਰਥੀਆਂ ਨੇ ਚੰਗੀ ਤਰ੍ਹਾਂ ਸਮਝਿਆ ਹੈ ਲੈਕਚਰ, ਕਿ ਦਰਵ A ਜਿਹੜਾ ਹੈ ਉਹ ਚੰਗਾ ਚਾਲਕ ਹੈ ਕਿਹਦੇ ਨਾਲੋਂ, B ਨਾਲੋਂ। ਸੋ ਚਾਰਾਂ ਆਪਸ਼ਨ 'ਚੋਂ ਸਾਡੇ ਕੋਲ ਪਹਿਲਾ ਆਪਸ਼ਨ ਨਜ਼ਰ ਆ ਰਿਹਾ, ਇਹੀ ਆਨਸਰ ਹੈ। ਦਰਵ A ਦਰਵ B ਤੋਂ ਚੰਗਾ ਚਾਲਕ ਹੈ। ਦੂਸਰਾ ਤਾਂ ਹੋ ਹੀ ਨਹੀਂ ਸਕਦਾ ਕਿਉਂਕਿ ਉਹਦੀ ਪ੍ਰਕਾਸ਼ ਜਿਹੜਾ ਘੱਟ ਸੀ। ਦਰਵ B ਦਰਵ A ਤੋਂ ਚੰਗਾ ਚਾਲਕ ਹੈ, ਇਹ ਨਹੀਂ ਹੋ ਸਕਦਾ। ਦੋਵੇਂ ਦਰਵ ਦੀ ਚਾਲਕਤਾ ਸਮਾਨ ਹੈ, ਇਹ ਵੀ ਨਹੀਂ ਹੋ ਸਕਦਾ। ਬਲਬ ਦਾ ਜਿਹੜੀ ਇੰਟੈਂਸਿਟੀ ਸੀਗੀ ਉਹਦੀ ਲਾਈਟ ਦੀ ਪ੍ਰਕਾਸ਼ ਸੀਗਾ ਜਿਹੜਾ ਉਹ ਘੱਟ ਵੱਧ ਸੀ, ਚਾਲਕਤਾ ਸਮਾਨ ਨਹੀਂ ਹੈ। ਅਤੇ ਚੌਥਾ ਹੈ ਦਰਵਾਂ ਦੇ ਚਾਲਕ ਦੇ ਗੁਣਾਂ ਦੀ ਤੁਲਨਾ ਇਸ ਤਰ੍ਹਾਂ ਨਹੀਂ ਕੀਤੀ ਜਾ ਸਕਦੀ। ਸੋ ਤੁਹਾਡੇ ਲੈਵਲ 'ਤੇ ਇਸੇ ਤਰ੍ਹਾਂ ਆਪਾਂ ਤੁਲਨਾ ਕਰਦੇ ਹਾਂ ਤਾਂ ਇਹ ਵੀ ਆਪਸ਼ਨ ਨਹੀਂ ਹੈ। ਸੋ ਸਾਡੇ ਕੋਲ ਪਹਿਲਾ ਆਪਸ਼ਨ ਇਹਦਾ ਆਨਸਰ ਹੈ। ਅਗਲਾ ਪ੍ਰਸ਼ਨ ਦੇਖਦੇ ਹਾਂ ਅਭਿਆਸ ਦਾ 6ਵਾਂ ਪ੍ਰਸ਼ਨ। ਇਹ ਮੈਂ ਮੂੰਹ ਜ਼ਬਾਨੀ ਸਮਝਾਵਾਂਗਾ ਤੁਹਾਨੂੰ, ਤੁਸੀਂ ਸਮਝ ਲੈਣੇ ਹਨ ਸਾਰੇ ਪ੍ਰਸ਼ਨ ਅਤੇ ਕਰ ਲੈਣੇ ਹਨ। ਕਿ ਸ਼ੁੱਧ ਪਾਣੀ ਬਿਜਲੀ ਦਾ ਚਾਲਕ ਹੈ, ਜੇ ਨਹੀਂ ਤਾਂ ਇਸ ਨੂੰ ਚਾਲਕ ਬਣਾਉਣ ਦੇ ਲਈ ਅਸੀਂ ਕੀ ਕਰ ਸਕਦੇ ਹਾਂ। ਅਸੀਂ ਲਿਖਾਂਗੇ ਕਿ ਸ਼ੁੱਧ ਪਾਣੀ ਵਿੱਚ ਖਣਿਜ ਲੂਣ ਨਹੀਂ ਹੁੰਦੇ ਜਿਹੜਾ ਬਿਜਲੀ ਦਾ ਚਾਲਨ ਕਰਦੇ ਹਨ। ਸੋ ਉਹ ਬਿਜਲੀ ਦਾ ਚਾਲਕ ਨਹੀਂ ਹੈ। ਸ਼ੁੱਧ ਪਾਣੀ ਬਿਜਲੀ ਦਾ ਚਾਲਕ ਨਹੀਂ ਹੈ। ਅਤੇ ਜੇ ਨਹੀਂ ਤਾਂ ਇਹਨੂੰ ਚਾਲਕ ਬਣਾਉਣ ਲਈ ਕੀ ਕਰਾਂਗੇ। ਹਾਂਜੀ ਦੱਸ ਸਕਦੇ ਹੋ ਬੇਟਾ। ਹਾਂਜੀ ਨਮਕ ਘੋਲ ਸਕਦੇ ਹਾਂ ਇਹਦੇ ਵਿੱਚ ਆਪਾਂ, ਜਾਂ ਕੋਈ ਤੇਜ਼ਾਬੀ ਘੋਲ ਜਾਂ ਤੇਜ਼ਾਬ ਦੀਆਂ ਬੂੰਦਾਂ ਹਲਕੇ ਸਲਫੂਰਿਕ ਐਸਿਡ ਜਾਂ ਹੋਰ ਕਿਸੇ ਦੀਆਂ ਪਾ ਸਕਦੇ ਹਨ। ਸੋ ਇਸ ਤਰ੍ਹਾਂ ਇਹ ਬਿਜਲੀ ਦਾ ਚਾਲਕ ਬਣ ਜਾਵੇਗਾ। 7ਵਾਂ ਪ੍ਰਸ਼ਨ ਹੈ ਸਾਡੇ ਕੋਲ ਕਿ ਅੱਗ ਲੱਗਣ ਸਮੇਂ ਫਾਇਰਮੈਨ ਪਾਣੀ ਦੀ ਹੋਜ਼ ਯਾਨੀ ਕਿ ਪਾਈਪਾਂ ਦੀ ਵਰਤੋਂ ਕਰਨ ਤੋਂ ਪਹਿਲਾਂ ਉਸ ਖੇਤਰ ਦੀ ਮੁੱਖ ਬਿਜਲੀ ਸਪਲਾਈ ਨੂੰ ਬੰਦ ਕਰ ਦਿੰਦੇ ਹਨ। ਵਿਆਖਿਆ ਕਰੋ ਅਜਿਹਾ ਕਿਉਂ ਹੁੰਦਾ ਹੈ। ਸੋ ਤੁਸੀਂ ਦੇਖਿਆ ਹੈ ਫਾਇਰ ਬ੍ਰਿਗੇਡ ਉਦੋਂ ਆਉਂਦੀ ਹੈ ਜਦੋਂ ਅੱਗ ਲੱਗ ਜਾਂਦੀ ਹੈ, ਤਾਂ ਉਹ ਕਹਿ ਰਹੇ ਹਨ ਕਿ ਬਿਜਲੀ ਦੀ ਸਪਲਾਈ ਉਸ ਏਰੀਏ ਦੀ ਪਹਿਲਾਂ ਬੰਦ ਕਰਦੇ ਹਨ। ਤੁਸੀਂ ਦੱਸ ਸਕਦੇ ਹੋ ਉੱਤਰ ਬੜੇ ਆਰਾਮ ਨਾਲ ਕਿ ਪਾਣੀ ਜਿਹੜਾ ਹੈ ਉਹ ਬਿਜਲੀ ਦਾ ਚੰਗਾ ਚਾਲਕ ਹੁੰਦਾ ਹੈ। ਤਾਂ ਜੇ ਉਹ ਇਸ ਤਰ੍ਹਾਂ ਨਾ ਕਰਨਗੇ ਤਾਂ ਜਦੋਂ ਪਾਣੀ ਨਾਲ ਅੱਗ ਬੁਝਾਉਣਗੇ ਤਾਂ ਤਾਰਾਂ ਦੇ ਉੱਤੇ ਪਾਣੀ ਨਾਲ ਉਹ ਕਰੰਟ ਉਹਨਾਂ ਨੂੰ ਪੈ ਸਕਦਾ ਹੈ। ਸ਼ਾਰਟ ਸਰਕਟ ਨਾਲ ਅੱਗ ਵੀ ਲੱਗ ਸਕਦੀ ਹੈ, ਹੋਰ ਅੱਗ ਵੱਧ ਸਕਦੀ ਹੈ। ਸੋ ਪਾਣੀ ਅੱਗ ਨੂੰ ਉੱਥੇ ਫੈਲਾ ਸਕਦਾ ਹੈ। ਜਿਹੜੀ ਬਿਜਲੀ ਹੈ ਉਹ ਅੱਗ ਨੂੰ ਗਾਂਹ ਫੈਲਾ ਸਕਦੀ ਹੈ ਜੇ ਉਹ ਆਪਾਂ ਪਾਣੀ ਉਹਦੇ 'ਤੇ ਪਾਵਾਂਗੇ, ਕਿਹਦੇ 'ਤੇ, ਜਿਨ੍ਹਾਂ ਤਾਰਾਂ 'ਤੇ ਉਹ ਬਿਜਲੀ ਤਾਰਾਂ ਪ੍ਰਵਾਹਿਤ ਹੋ ਰਹੀ ਹੈ। ਸੋ ਇਸ ਕਰਕੇ ਉਹ ਇਹਨਾਂ ਨੂੰ ਪਹਿਲਾਂ ਬੰਦ ਕਰ ਲੈਂਦੇ ਹਨ। 8ਵਾਂ ਪ੍ਰਸ਼ਨ ਹੈ ਤੱਟੀ ਖੇਤਰ ਵਿੱਚ ਰਹਿਣ ਵਾਲਾ ਇੱਕ ਬੱਚਾ ਆਪਣੇ ਟੈਸਟਰ ਨਾਲ ਪੀਣ ਦੇ ਪਾਣੀ ਦੇ ਅਤੇ ਸਮੁੰਦਰ ਦੇ ਪਾਣੀ ਦਾ ਪ੍ਰੀਖਣ ਕਰਦਾ ਹੈ। ਤੱਟੀ ਖੇਤਰ ਭਾਵ ਸਮੁੰਦਰੀ ਖੇਤਰ ਦੇ ਲਾਗੇ ਛਾਗੇ ਉਹਦਾ ਘਰ ਹੈ। ਉਹ ਵੇਖਦਾ ਹੈ ਕਿ ਸਮੁੰਦਰ ਦੇ ਪਾਣੀ ਦੇ ਲਈ ਚੁੰਬਕੀ ਸੂਈ ਵਧੇਰੇ ਵਿਖੇਪਣ ਦਰਸਾਉਂਦੀ ਹੈ। ਸੋ ਕੀ ਤੁਸੀਂ ਇਸ ਦੇ ਕਾਰਨ ਦੱਸ ਸਕਦੇ ਹੋ। ਬੇਟਾ ਦੇਖੋ, ਆਪਾਂ ਦੇਖਿਆ ਕਿ ਜਿਸ ਤਰ੍ਹਾਂ ਬਲਬ ਘੱਟ ਵੱਧ ਗਲੋ ਕੀਤਾ ਸੀ ਤਾਂ ਆਪਾਂ ਇਹ ਸਿੱਟਾ ਕੱਢਿਆ ਸੀ ਕਿ ਜੇ ਜ਼ਿਆਦਾ ਬਲਬ ਗਲੋ ਕਰੇਗਾ, ਜਗੇਗਾ, ਤਾਂ ਉਹ ਜਿਹੜਾ ਪਦਾਰਥ ਹੈ, ਘੋਲ ਹੈ ਜਿਹਦੇ ਵਿੱਚ ਡੁੱਬਿਆ ਹੈ, ਉਹ ਬਿਜਲੀ ਦਾ ਚੰਗਾ ਚਾਲਕ ਹੈ। ਅਤੇ ਜਿਹਦੇ 'ਚ ਘੱਟ ਕਰੇਗਾ ਉਹ ਤੋਂ ਥੋੜ੍ਹਾ ਜਿਹਾ ਕਮਜ਼ੋਰ ਚਾਲਕ ਹੈ। ਜੇ ਬਿਲਕੁਲ ਘੱਟ ਕਰੇਗਾ ਤਾਂ ਮਾੜਾ ਚਾਲਕ ਹੈ। ਇਸੇ ਤਰ੍ਹਾਂ ਸੂਈ ਦਾ ਵਿਖੇਪਿਤ ਹੋਣਾ ਵੀ, ਜ਼ਿਆਦਾ ਵਿਖੇਪਿਤ ਹੋਣਾ ਵੀ ਉਹਦੀ ਚਾਲਕਤਾ ਦੱਸਦਾ ਹੈ ਕਿ ਜ਼ਿਆਦਾ ਚਾਲਕ ਹੈ ਜਾਂ ਘੱਟ ਚਾਲਕ ਹੈ। ਤਾਂ ਉਹਨੇ ਦੇਖਿਆ ਕਿ ਸਮੁੰਦਰ ਦੇ ਪਾਣੀ ਦਾ ਵਿਖੇਪਿਤ ਵਧੇਰੇ ਹੋ ਰਹੀ ਹੈ ਸੂਈ। ਇਹਦਾ ਮਤਲਬ ਇਹ ਹੁੰਦਾ ਹੈ ਕਿ ਉਹਦੇ ਵਿੱਚ ਸਮੁੰਦਰ ਦੇ ਪਾਣੀ ਵਿੱਚ ਲੂਣ ਆਦਿ ਜ਼ਿਆਦਾ ਹੁੰਦਾ ਹੈ। ਸੋ ਖਣਿਜ ਲੂਣ ਜ਼ਿਆਦਾ ਹੁੰਦੇ ਹਨ, ਜਿਹਦੇ ਕਰਕੇ ਉਹਦੇ ਆਇਨ ਜ਼ਿਆਦਾ ਹੁੰਦੇ ਹਨ ਅਤੇ ਬਿਜਲੀ ਦੀ ਚਾਲਕਤਾ ਜ਼ਿਆਦਾ ਹੁੰਦੀ ਹੈ। ਸੋ ਇਸ ਕਰਕੇ ਆਪਾਂ ਇਹਦਾ ਉੱਤਰ ਲਿਖਾਂਗੇ ਕਿ ਸਮੁੰਦਰੀ ਪਾਣੀ ਵਿੱਚ ਆਇਨ ਜ਼ਿਆਦਾ ਹੁੰਦੇ ਹਨ, ਖਣਿਜ ਲੂਣ ਜ਼ਿਆਦਾ ਹੁੰਦੇ ਹਨ, ਜਿਹੜਾ ਕਿ ਬਿਜਲੀ ਦੀ ਚਾਲਨ ਜ਼ਿਆਦਾ ਕਰਦੇ ਹਨ। ਸੋ ਇਸ ਲਈ ਉਹਦੇ ਵਿੱਚ ਕੇਸ ਵਿੱਚ ਸੂਈ ਜਿਹੜੀ ਵਿਖੇਪਤ ਜ਼ਿਆਦਾ ਹੋਈ। ਅਗਲਾ ਪ੍ਰਸ਼ਨ 9ਵਾਂ ਪ੍ਰਸ਼ਨ ਹੈ ਕਿ ਤੇਜ਼ ਵਰਖਾ ਸਮੇਂ ਕਿਸੇ ਲਾਈਨਮੈਨ ਦੇ ਲਈ ਬਾਹਰੀ ਮੁੱਖ ਲਾਈਨ ਦੀਆਂ ਬਿਜਲੀ ਦੀਆਂ ਤਾਰਾਂ ਦੀ ਮੁਰੰਮਤ ਕਰਨਾ ਸੁਰੱਖਿਅਤ ਹੁੰਦਾ ਹੈ। ਵਿਆਖਿਆ ਕਰੋ। ਇਹ ਤੁਹਾਡੇ ਪੇਪਰ 'ਚ ਵੀ ਬਹੁਤ ਆਉਂਦਾ ਹੈ ਪ੍ਰਸ਼ਨ, ਇੰਪੋਰਟੈਂਟ ਹੈ ਇਹ। ਸੋ ਆਪਾਂ ਲਿਖਾਂਗੇ ਨਹੀਂ, ਕਿ ਲਾਈਨਮੈਨ ਵਰਖਾ ਜਦੋਂ ਹੁੰਦੀ ਹੈ ਉਸ ਸਮੇਂ ਬਿਜਲੀ ਦੀ ਮੁਰੰਮਤ ਨਹੀਂ ਕਰਨੀ ਚਾਹੀਦੀ ਉਹਨੂੰ। ਕਿਉਂਕਿ
ਬਿਜਲੀ ਜਿਹੜਾ ਵਰਖਾ ਦਾ ਪਾਣੀ ਹੈ ਉਹ ਬਿਜਲੀ ਦਾ ਚਾਲਕ ਹੈ। ਸੋ ਬਿਜਲੀ ਦਾ ਚਾਲਨ ਕਰੇਗਾ, ਜਿਹਦੇ ਕਰਕੇ ਲਾਈਨਮੈਨ ਨੂੰ ਕਰੰਟ ਪੈ ਸਕਦਾ ਹੈ। ਸੋ ਉਹਦੇ ਲਈ ਇਹ ਖਤਰਨਾਕ ਹੋ ਸਕਦਾ ਹੈ। 10ਵਾਂ ਪ੍ਰਸ਼ਨ ਹੈ, ਪਹੇਲੀ ਨੇ ਸੁਣਿਆ ਹੈ ਕਿ ਵਰਖਾ ਦਾ ਪਾਣੀ ਉਨਾ ਹੀ ਸ਼ੁੱਧ ਹੁੰਦਾ ਹੈ ਕਿ ਜਿੰਨਾ ਕਦੀਸ਼ਟ ਪਾਣੀ। ਇਸ ਲਈ ਉਸ ਨੇ ਇੱਕ ਸਾਫ਼ ਕੱਚ ਦੇ ਬਰਤਨ ਵਿੱਚ ਕੁਝ ਵਰਖਾ ਦਾ ਪਾਣੀ ਇਕੱਠਾ ਕਰਕੇ ਟੈਸਟਰ ਨਾਲ ਉਸ ਦਾ ਪ੍ਰੀਖਣ ਕੀਤਾ। ਉਸ ਨੂੰ ਇਹ ਵੇਖਣ 'ਤੇ ਹੈਰਾਨੀ ਹੋਈ ਕਿ ਚੁੰਬਕੀ ਸੂਈ ਵਿਖੇਪਣ ਦਰਸਾਉਂਦੀ ਹੈ। ਇਸ ਦਾ ਕੀ ਕਾਰਨ ਹੈ? ਹੁਣ ਪਹੇਲੀ ਨੇ ਸੁਣਿਆ ਸੀ ਕਿ ਵਰਖਾ ਪਾਣੀ ਸ਼ੁੱਧ ਹੈ, ਪਰ ਜਦੋਂ ਉਹਨੇ ਆਪਣੇ ਵਰਖਾ ਦੇ ਪਾਣੀ ਦਾ ਟੈਸਟ ਕੀਤਾ ਤਾਂ ਉਹਨੇ ਇਹ ਓਬਜ਼ਰਵ ਕੀਤਾ ਕਿ ਚੁੰਬਕੀ ਸੂਈ ਵਿਖੇਪਿਤ ਹੁੰਦੀ ਹੈ, ਭਾਵ ਉਹ ਚਾਲਕ ਹੈ ਇਹਦਾ ਬਿਜਲੀ ਦਾ ਵਰਖਾ ਦਾ ਪਾਣੀ। ਸੋ ਇਹਦਾ ਕਾਰਨ ਹੈ ਕਿ ਤੁਸੀਂ ਬੱਚਿਓ ਹੋਰ ਕਲਾਸਾਂ 'ਚ ਪੜ੍ਹ ਚੁੱਕੇ ਹੋ ਪਹਿਲਾਂ ਕਿ ਤੇਜ਼ਾਬੀ ਵਰਖਾ ਬਾਰੇ ਪੜ੍ਹਿਆ ਹੈ। ਤਾਂ ਉਹ ਬਿਜਲੀ ਜਿਹੜਾ ਵਰਖਾ ਦਾ ਪਾਣੀ ਲਿਆ ਹੈ ਉਹਨੇ, ਉਹ ਤੇਜ਼ਾਬੀ ਪਾਣੀ ਹੈ। ਸੋ ਤੇਜ਼ਾਬੀ ਵਰਖਾ ਹੋਈ ਹੈ, ਜਿਹਦੇ ਕਾਰਨ ਉਹਦੇ ਵਿੱਚ ਬਿਜਲੀ ਦਾ ਚਾਲਨ ਹੋ ਰਿਹਾ ਹੈ ਅਤੇ ਸੂਈ ਵਿਖੇਪਿਤ ਹੋ ਰਹੀ ਹੈ। ਅਗਲਾ 11ਵਾਂ ਪ੍ਰਸ਼ਨ ਹੈ, ਆਪਣੇ ਆਲੇ ਦੁਆਲੇ ਉਪਲਬਧ ਬਿਜਲੀ ਮੁੱਲ ਵਿਲੰਬਿਤ ਵਸਤੂਆਂ ਦੀ ਸੂਚੀ ਬਣਾਓ। ਆਪਾਂ ਦੇਖ ਚੁੱਕੇ ਹਾਂ ਟੂਟੀਆਂ, ਸਾਡੇ ਕੋਲ ਸਾਈਕਲ ਦੀ ਘੰਟੀ, ਇਸ ਤੋਂ ਇਲਾਵਾ ਗਹਿਣੇ, ਹੋਰ ਵੀ ਆਪਾਂ ਚੀਜ਼ਾਂ ਦੇਖੀਆਂ। ਤੁਹਾਡੇ ਕੜਾ ਦੇਖਿਆ ਹੋਵੇਗਾ, ਸੋ ਉਹ ਵੀ ਉਹਦੇ 'ਤੇ ਬਿਜਲੀ ਮੁਲਮਾਂਕਣ ਕੀਤਾ ਹੋਇਆ ਹੁੰਦਾ ਹੈ। ਤਾਂ ਬਹੁਤ ਸਾਰੇ ਪਦਾਰਥਾਂ ਦੀ ਸੂਚੀ ਤੁਸੀਂ ਆਪ ਵੀ ਬਣਾਉਣੀ ਹੈ, ਤਾਂ ਜਿਨ੍ਹਾਂ ਉੱਤੇ ਕਿਸੇ ਹੋਰ ਧਾਤ ਦੀ ਪਰਤ ਚੜ੍ਹੀ ਹੁੰਦੀ ਹੈ, ਉਹਨਾਂ ਨੂੰ ਚਮਕ ਦੇਣ ਦੇ ਲਈ। ਸੋ ਆਖਰੀ ਪ੍ਰਸ਼ਨ ਹੈ 12ਵਾਂ, ਜੋ ਕਿਰਿਆ ਤੁਸੀਂ ਕਿਰਿਆ 14.7 ਵਿੱਚ ਵੇਖੀ, ਚਲੋ ਆਪਾਂ ਦੇਖ ਲੈਂਦੇ 14.7 ਕਿਹੜੀ ਹੈ, ਭਲਾ ਗੱਲ ਕਰਾਂਗੇ ਅੱਗੇ। ਵਿੱਚ ਵੇਖੀ ਉਹ ਕਾਪਰ ਦੀ ਸੁਧਾਈ ਵਿੱਚ ਵਰਤੀ ਜਾਂਦੀ ਹੈ। ਇੱਕ ਪਤਲੀ ਸ਼ੁੱਧ ਕਾਪਰ ਛੜ ਅਤੇ ਇੱਕ ਅਸ਼ੁੱਧ ਕਾਪਰ ਦੀ ਛੜ ਇਲੈਕਟ੍ਰੋਡ ਦੇ ਰੂਪ ਵਿੱਚ ਵਰਤੀ ਜਾਂਦੀ ਹੈ। ਕਿਹੜੀ ਇਲੈਕਟ੍ਰੋਡ ਬੈਟਰੀ ਦੇ ਧਨ ਟਰਮੀਨਲ ਨਾਲ ਜੋੜੀ ਜਾਵੇ? ਕਾਰਨ ਵੀ ਦੱਸੋ। ਸੋ ਧਨ ਟਰਮੀਨਲ ਨਾਲ ਕਿਹੜੀ ਜੋੜੀ ਜਾਵੇਗੀ? ਆਪਾਂ ਦੇਖਿਆ ਕਿ ਕਾਪਰ ਕਿਹਦੇ 'ਤੇ ਚੜ੍ਹਦਾ ਹੈ, ਜਿਹੜੀ ਪਲੇਟ ਰਿਨ ਟਰਮੀਨਲ ਨਾਲ ਜੁੜੀ ਜਾਂਦੀ ਹੈ। ਸੋ ਆਪਾਂ ਅਸ਼ੁੱਧ ਉੱਤੇ ਹੀ ਸਿੱਧੀ ਗੱਲ ਕਾਪਰ ਚੜਾਵਾਂਗੇ, ਸ਼ੁੱਧ ਉੱਤੇ ਹੀ ਧਾਤ ਚੜਾਉਣੀ ਚਾਹਾਂਗੇ, ਅਤੇ ਅਸ਼ੁੱਧ ਉੱਤੇ ਜਿਹੜੀ ਆ ਉਹ ਧਾਤ ਚੜਾਉਣੀ ਚਾਹਾਂਗੇ। ਤਾਂ ਧਨ ਦੇ ਨਾਲ ਤਾਂ ਆਪਾਂ ਸ਼ੁੱਧ ਨੂੰ ਜੋੜਾਂਗੇ। ਸੋ ਆਪਾਂ ਲਿਖਾਂਗੇ ਕਿ ਧਨ ਟਰਮੀਨਲ ਨਾਲ ਜਿਹੜੀ ਆ ਉਹ ਸ਼ੁੱਧ ਕਾਪਰ ਦੀ ਪਲੇਟ ਜੋੜਨੀ ਹੈ, ਕਿਉਂਕਿ ਰਿਨ ਟਰਮੀਨਲ 'ਤੇ ਵਾਲੀ ਪਲੇਟ 'ਤੇ ਕਾਪਰ ਚੜੇਗਾ, ਤਾਂ ਸ਼ੁੱਧ ਤੋਂ ਅਸ਼ੁੱਧ ਵੱਲੋਂ ਆਪਾਂ ਉਹ ਧਾਤ ਜਿਹੜੀ ਕਾਪਰ ਹੈ ਉਹ ਟਰਾਂਸਫਰ ਕਰਨੀ ਹੈ। ਸੋ ਇਹ ਸੀ ਸਾਡਾ ਪਾਠ ਨੰਬਰ 14, ਬਿਜਲੀ ਧਾਰਾ ਦੇ ਰਸਾਇਣਿਕ ਪ੍ਰਭਾਵ, ਕੈਮੀਕਲ ਇਫੈਕਟਸ ਆਫ ਇਲੈਕਟ੍ਰਿਕ ਕਰੰਟ। ਆਸ ਹੈ ਕਿ ਤੁਹਾਨੂੰ ਸਮਝ ਲੱਗਾ ਹੋਵੇਗਾ। ਅਗਲੇ ਲੈਕਚਰ ਵਿੱਚ ਕਿਸੇ ਨਵੇਂ ਪਾਠ ਨਾਲ ਮਿਲਾਂਗੇ। ਧੰਨਵਾਦ।